ਅਸੀਂ ਉਸ ਜਗ੍ਹਾ ਤੇ ਪਹੁੰਚੇ ਹੋਏ ਹਾਂ ਜਿੱਥੇ ਬੇਅਦਬੀ ਦੀ ਘਟਨਾ ਕੱਲ ਉਹ ਹੋਈ ਹੈ। ਬੇਅਦਬੀ ਕਰਨ ਵਾਲਾ ਜਿਹੜਾ ਹੈਗਾ ਉਹਦਾ ਨਾਮ ਅਰਸ਼ਦੀਪ ਸਿੰਘ ਹੈ ਔਰ ਉਹਦਾ ਸੰਬੰਧ ਜਿਹੜਾ ਇਸ ਗੁਰੂ ਘਰ ਦੇ ਨਾਲ ਜਾਂ ਇੱਥੇ ਆਉਣਾ ਜਾਣਾ ਪਹਿਲਾਂ ਤੇ ਆਉਂਦੇ ਜਾਂਦੇ ਸੀ ਪਰਿਵਾਰ, ਕਿਉਂਕਿ ਉਹੀ ਪ੍ਰਬੰਧਕ ਨੇ। ਤਾਂ ਹੁਣ ਉਹ ਪ੍ਰਮਾਤਮਾ ਨੂੰ ਪਤਾ ਜੀ, ਪਰਮੇਸ਼ਰ ਨੂੰ ਪਤਾ ਜੀ, ਉਹ ਮੈਂਟਲੀ ਅਪਸੈਟ ਸੀ ਜਾਂ ਕੀ ਚੱਕਰ ਸੀ। ਉਹਦੀ ਮਨਸ਼ਾ ਕਿਤੇ ਨਾ ਕਿਤੇ ਸੀਗੀ ਵੀ ਉਹ ਕੁਝ ਕਰਨ ਆਇਆ। ਤੁਹਾਨੂੰ ਜਾਪਦਾ ਵੀ ਸ਼ਾਇਦ ਉਹਨੂੰ ਕਿਸੇ ਨੇ ਤਿਆਰ ਕਰਕੇ ਭੇਜਿਆ ਹੋ ਸਕਦਾ। ਫਿਰ ਹੁਣ ਇਸ ਚੀਜ਼ ਦਾ ਮੈਨੂੰ ਇਸ ਬਾਰੇ ਉਹਦਾ ਕੋਈ ਮਤਲਬ ਹੈ ਨਹੀਂ ਸੀ ਜੀ। ਇਹ ਕਹਿ ਨਹੀਂ ਸਕਦੇ ਕੁਝ ਵੀ, ਕੋਈ ਕਿਸੇ ਮਤਲਬ ਏਜੰਸੀ ਨਾਲ ਇਹਦਾ ਸੰਬੰਧ ਰਿਹਾ। ਬਾਹਰ ਜਾਣ ਦੀ ਇਹਨੂੰ ਇੱਛਾ ਸੀ, ਬਾਹਰ ਇਹ ਜਾ ਨਹੀਂ ਸਕਿਆ। ਉਦੋਂ ਦਾ ਇਹਦਾ ਦਿਮਾਗ ਦੇ ਵਿੱਚ ਫਰਕ ਪੈ ਗਿਆ ਹੋਇਆ ਜੀ, ਮਤਲਬ ਚੁੱਕਿਆ ਗਿਆ ਦਿਮਾਗ। ਇੱਥੇ ਦੇਖ ਕੇ ਗਏ ਅੱਗੇ ਪਹਿਲਾਂ ਪਰਚੀਆਂ ਵੀ ਇਹਦੀਆਂ, ਕਦੀ ਕਿਤੋਂ ਇਲਾਜ ਕਰਵਾਉਂਦੇ ਆ, ਕਦੀ ਕਿਤੋਂ ਇਲਾਜ ਕਰਵਾਉਂਦੇ। ਚੱਕਿਆ ਗਿਆ ਤੋਂ ਪਹਿਲਾਂ ਨੇ ਕਿਸੇ ਦਾ ਸਿਰ ਪਾੜਿਆ, ਕਿਸੇ ਗੱਡੀ ਗੁੱਡੀ ਥੱਲੇ ਆਇਆ। ਗੱਡੀ ਗੁੱਡੀ ਥੱਲੇ ਮਤਲਬ ਆਮ ਹੀ ਲੜਾਈ ਝਗੜੀ, ਘਰੇ ਬਹੁਤ ਲੜਾਈ ਝਗੜਾ ਕਰਦਾ ਸੀ। ਕਿ ਮਾਨਸਿਕ ਰੋਗੀ ਗੁਰੂ ਘਰ ਆ ਕੇ ਬੇਅਦਬੀ ਕਰਦਾ, ਕਿਸੇ ਦਾ ਸਿਰ ਪਾੜਿਆ, ਕਿ ਬੰਦੇ ਨੂੰ ਮਾਰਿਆ ਨੇ, ਕਦੇ ਕਿਸੇ ਬੰਦੇ ਦਾ ਸਿਰ ਨਹੀਂ ਨਿਕਲਦਾ। ਮਹਾਰਾਜ ਸਾਹਿਬ ਦੀ ਬੇਅਦਬੀ ਕੀਤੀ। ਇੱਥੋਂ ਉਹਦਾ ਘਰ ਕਿੰਨੀ ਕੁ ਦੂਰ ਹੈ ਜੀ ਇਸ ਜਗ੍ਹਾ ਤੋਂ? ਬਹੁਤੀ ਦੂਰ ਨਹੀਂ ਜੀ, ਥੋੜੀ ਦੂਰ ਆ, ਨੇੜੇ ਆ ਜੀ। ਅੰਦਾਜ਼ਾ ਮਤਲਬ ਤੁਸੀਂ ਕਿਲੋਮੀਟਰ ਵੀ ਨਹੀਂ ਹੈਗਾ ਜੀ ਸਿੱਧਾ। 1 ਕਿਲੋਮੀਟਰ ਕਾਹਦੇ ਤੇ ਆਇਆ ਕੱਲ ਬੇਅਦਬੀ ਜਦੋਂ ਇੱਥੇ ਆਇਆ? ਮੋਟਰਸਾਈਕਲ ਤੇ ਸੀ ਜੀ। 1 ਕਿਲੋਮੀਟਰ ਮੋਟਰਸਾਈਕਲ ਤੇ ਆਇਆ। ਰਾਜ ਕਿਸੇ ਦੇ ਵਿੱਚੋਂ ਨੇ ਮਾਰਿਆ ਮੋਟਰਸਾਈਕਲ? ਕਿਉਂਕਿ ਉਹ ਕੱਲ ਸੁਬਾਹ ਦਾ ਟਾਈਮ ਸੀ ਜੀ, ਕੋਈ ਮਤਲਬ ਕੋਈ ਟ੍ਰੈਫਿਕ ਨਹੀਂ ਸੀ ਹੈਗਾ ਜਦੋਂ ਆਇਆ ਇੱਥੇ। ਕੀਰਤਨ ਵੀ ਸੀਗਾ ਕੱਲ, ਨਗਰ ਕੀਰਤਨ ਸੇਵਾ ਕਰਦਾ ਰਿਹਾ। ਕੱਲ ਨਗਰ ਕੀਰਤਨ 'ਚ ਕਿਸੇ ਦੇ ਸਿਰ ਸੁਰ ਪਾੜਿਆ ਹੋਵੇ ਉਹਨੇ? ਨਾ ਜੀ ਨਾ, ਕੋਈ ਸਿਰ ਨਹੀਂ ਪਾੜਿਆ। ਸਾਰਾ ਦਿਨ ਬੇਅਦਬੀ ਕਰਨੀ। ਕਮਲੇ ਤਾਂ ਸਾਰੀ ਦੁਨੀਆ 'ਚ ਜੰਮਦੇ ਆ, ਕੋਈ ਕੁਦਰਤੀ ਤੌਰ ਤੇ ਜੰਮਣਸਾਰ ਹੁੰਦੇ, ਕੋਈ ਬਾਅਦ 'ਚ ਹੁੰਦੇ ਆ। ਸੰਗਲਾਂ ਨਾਲ ਬੰਨੇ ਹੋਏ ਲੋਕ ਦੇਖੇ ਜਾਂਦੇ ਆ। ਪਾਗਲਖਾਨਾ ਭਰਿਆ ਪਿਆ ਅੰਮ੍ਰਿਤਸਰ ਦਾ, ਜਾ ਕੇ ਦੇਖੋ। ਪਰ ਜੇ ਕਿਤੇ ਉੱਥੋਂ ਜਿਹੜੇ ਮਾਨਸਿਕ ਰੋਗੀ ਉਹਨਾਂ ਨੂੰ ਲਿਆ ਕੇ ਦਰਬਾਰ ਸਾਹਿਬ ਵੀ ਛੱਡ ਦਿੱਤਾ ਜਾਵੇ ਨਾ, ਮੈਨੂੰ ਨਹੀਂ ਜਾਪਦਾ ਕੋਈ ਬੇਅਦਬੀ ਕਰੇ। ਉਹ ਲੰਮੇ ਪੈ ਕੇ ਨਮਸਕਾਰ ਕਰਨਗੇ। ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲਗਾਤਾਰ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਉਹ ਘਟ ਰਹੀਆਂ ਨੇ। ਮੁਕਤਸਰ ਸਾਹਿਬ ਦੇ ਇਲਾਕੇ 'ਚ ਬੀਤੀ ਕੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਜਿਹੜੀ ਕਥਿਤ ਤੌਰ ਤੇ ਵਾਪਰੀ, ਅਸੀਂ ਉੱਥੇ ਪਹੁੰਚੇ ਹੋਏ ਹਾਂ। ਵਿਸ਼ਵ ਭਰ ਦੇ ਵਿੱਚ ਬੇਅਦਬੀ ਦੀ ਘਟਨਾ ਜਿਹੜੀ ਆ ਉਹ ਖਬਰ ਉੱਡ ਜਾਣ ਤੋਂ ਬਾਅਦ ਬਹੁਤ ਵੱਡਾ ਰੋਸ ਜਿਹੜਾ ਸਿੱਖ ਸੰਗਤ ਦੇ ਵਿੱਚ ਉਹ ਪਾਇਆ ਜਾ ਰਿਹਾ। ਔਰ ਜਿੰਦਾ ਨਤੀਜਾ ਪਿਛਲੇ ਦਿਨੀ ਦਰਬਾਰ ਸਾਹਿਬ 'ਚ ਬੇਅਦਬੀ ਕਰਨ ਲਈ ਆਇਆ ਵਿਅਕਤੀ ਜਿਹੜਾ ਉਹ ਸਿੱਖ ਰਵਾਇਤਾਂ ਅਨੁਸਾਰ ਝਟਕਾਇਆ ਵੀ ਗਿਆ। ਅਸੀਂ ਉਸ ਜਗ੍ਹਾ ਤੇ ਪਹੁੰਚੇ ਹੋਏ ਹਾਂ ਜਿੱਥੇ ਬੇਅਦਬੀ ਦੀ ਘਟਨਾ ਕੱਲ ਉਹ ਹੋਈ ਹੈ। ਕੀ ਵਾਪਰਿਆ, ਕੌਣ ਬੰਦਾ ਸੀ, ਉੱਥੇ ਅਪਡੇਟ ਕੀ ਹੈ, ਸਭ ਤੋਂ ਪਹਿਲਾਂ ਤੁਸੀਂ ਇਸ ਦਰਬਾਰ ਦੇ ਜਿਹੜਾ ਉਹ ਦਰਸ਼ਨ ਕਰ ਸਕਦੇ ਹੋ। ਨਿਹੰਗ ਸਿੰਘ ਦਲ ਪੰਥ ਬਾਬਾ ਬਿਧੀ ਚੰਦ ਉਹਨਾਂ ਕੋਲ ਇਸ ਜਿਹੜਾ ਕਿ ਸਥਾਨ ਦਾ ਪ੍ਰਬੰਧ ਹੈ। ਅਸੀਂ ਗੱਲਬਾਤ ਕਰਾਂਗੇ। ਗ੍ਰੰਥੀ ਸਿੰਘ ਇਸ ਇਲਾਕੇ ਦੇ ਜਿਹੜੇ ਮੌਜੂਦਾ ਪ੍ਰਬੰਧਕ ਹੈਗੇ ਆ ਉਹ ਵੀ ਮੌਜੂਦ ਹੈ। ਸ਼੍ਰੋਮਣੀ ਕਮੇਟੀ ਦਾ ਵੀ ਜਿਹੜਾ ਇੱਥੇ ਟੀਮ ਉਹ ਆਈ ਹੋਈ ਹੈ ਜਾਂਚ ਕਰਨ। ਤਾਂ ਪ੍ਰਬੰਧਕਾਂ ਦਾ ਕੀ ਕਹਿਣਾ, ਆਖਿਰ ਬੇਅਦਬੀ ਦੀ ਘਟਨਾ ਵਾਪਰੀ ਕਿਵੇਂ ਆ, ਕੌਣ ਬੰਦਾ ਸੀ, ਹੋਇਆ ਕੀ, ਆਖਿਰ ਜਿਹੜਾ ਇਹ ਪਿੰਡ ਤੋਂ ਬਾਰ-ਬਾਰ ਗੁਰੂ ਘਰ ਬਣਾਇਆ ਹੋਇਆ ਕੌਣ ਇਹਦਾ ਰੱਖ ਰਖਾਵ ਕਰ ਰਿਹਾ ਹੈ, ਕਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ, ਕਿੰਨੇ ਸਮੇਂ ਤੋਂ ਇਹ ਸਭ ਕੁਝ ਜਿਹੜਾ ਕਿ ਇੱਥੇ ਗੁਰੂ ਪਾਤਸ਼ਾਹ ਦਾ ਸਰੂਪ ਸੀ ਔਰ ਆਖਿਰ ਕੌਣ ਸੀਗਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਗ੍ਰੰਥੀ ਸਿੰਘ ਹੋ ਜੀ? ਹਾਂਜੀ ਹਾਂਜੀ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਗੁਰਸੇਵਕ ਸਿੰਘ ਆ ਜੀ। ਦਲ ਬਾਬਾ ਹੋਇਆ ਹਾਂਜੀ, ਦਲ ਬਾਬਾ ਬਿਧੀ ਚੰਦ ਸਾਹਿਬ ਜੀ ਸੋਣੀ ਸਾਹਿਬ ਜੋ ਕੱਲ ਦੀ ਗੱਲ ਆ ਜੀ 8:30 ਵਜੇ ਦੀ ਤਕਰੀਬਨ। ਕੱਲ ਸਵੇਰ ਦੀ? ਹਾਂਜੀ, ਸਵੇਰ ਦੀ ਗੱਲ ਆ ਜੀ, 8 ਵਜੇ, ਸੁਬਾਹ 8 ਵਜੇ ਦੀ। ਤਾਂ ਮੈਂ ਥੋੜਾ ਆਪਣਾ ਨਿਤਨੇਮ ਸਾਹਿਬ ਦੀ ਹਾਜ਼ਰੀ ਲਵਾ ਕੇ ਤੇ ਮੈਂ ਗਜਾਂ ਨੂੰ ਜਾਣਾ ਸੀ ਤੇ ਆਪਣਾ ਮਤਲਬ ਦਸਤਾਰ ਦਮਾਲਾ ਚੜਾਉਣ ਗਿਆ ਆਪਣੇ ਕਮਰੇ ਦੇ ਵਿੱਚ ਤੇ ਥੋੜਾ ਜਲ ਪਾਣੀ ਛਕਣਾ ਸੀ। ਜਲ ਪਾਣੀ ਛਕਣ ਦੇ ਇੰਨੀ ਹੀ ਮੰਨ ਲਓ ਟਾਈਮ ਦੇ ਵਿੱਚ ਕਾਕਾ ਅਰਸ਼ਦੀਪ ਸਿੰਘ ਜਿਹੜਾ ਨਾਮ ਲੈਂਦੇ ਜੀ ਉਹਦਾ, ਤੇ ਉਹਦਾ ਨਾਮ ਹੈ ਕਿ ਤੁਸੀਂ ਤੁਹਾਨੂੰ ਜਾਣਦੇ ਹੋ ਬੰਦਾ ਕੌਣ? ਅਰਸ਼ਦੀਪ ਸਿੰਘ ਜਿਹੜਾ ਆਇਆ ਸੀ ਇੱਥੇ, ਤਾਂ ਆਉਣ ਦੇ ਕਾਰਨ ਜੀ ਉਹਨੇ, ਮੈਂ ਤੁਹਾਨੂੰ ਦੇਖਿਆ ਵੀ ਉਹ ਮੱਥਾ ਟੇਕਣ ਵਾਸਤੇ ਆਉਂਦਾ, ਰੋਜ਼ ਆਉਣ ਵਾਲਾ ਬੰਦਾ ਸੀ ਕਿਉਂਕਿ ਇਹਨਾਂ ਸੇਵਾਦਾਰਾਂ ਦੀ ਉਹ ਚੰਗੀ ਸੀ। ਉਹਨਾਂ ਦੇ ਵਿੱਚੋਂ ਇਹਨਾਂ ਦਾ ਭਾਈ ਸੰਤੋਖ ਸਿੰਘ ਦਾ ਲੜਕਾ ਸੀ ਜੀ। ਅੱਗੇ ਜਾਣ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਸਪਸ਼ਟ ਕਰ ਦਈਏ, ਬੇਅਦਬੀ ਕਰਨ ਵਾਲਾ ਜਿਹੜਾ ਹੈਗਾ ਉਹਦਾ ਨਾਮ ਅਰਸ਼ਦੀਪ ਸਿੰਘ ਹੈ ਔਰ ਉਹਦਾ ਸੰਬੰਧ ਜਿਹੜਾ ਇਸ ਗੁਰੂ ਘਰ ਦੇ ਨਾਲ ਜਾਂ ਇੱਥੇ ਆਉਣਾ ਜਾਣਾ ਪਹਿਲਾਂ ਕਿ ਉਹਨਾਂ ਦੇ ਪਰਿਵਾਰ ਦਾ ਸੰਬੰਧ ਜਿਹੜਾ ਦਲ ਬਾਬਾ ਬਿਧੀ ਚੰਦ ਸਾਹਿਬ ਦੇ ਘਰ ਦੇ ਨਾਲ ਹੈ ਤੇ ਆਉਂਦੇ ਜਾਂਦੇ ਸੀ ਪਰਿਵਾਰ, ਕਿਉਂਕਿ ਉਹੀ ਪ੍ਰਬੰਧਕ ਨੇ। ਤਾਂ ਹੁਣ ਉਹ ਪ੍ਰਮਾਤਮਾ ਨੂੰ ਪਤਾ ਜੀ, ਪਰਮੇਸ਼ਰ ਨੂੰ ਪਤਾ ਜੀ, ਉਹ ਮੈਂਟਲੀ ਅਪਸੈਟ ਸੀ ਜਾਂ ਕੀ ਚੱਕਰ ਸੀ, ਇਸ ਬਾਰੇ ਕੋਈ ਸਿੱਧ ਨਹੀਂ ਹੋ ਸਕਿਆ, ਨਾ ਹੀ ਮੈਨੂੰ ਉਹਦੇ ਬਾਰੇ ਉਹ ਜ਼ਿਆਦਾ ਜਾਣਕਾਰੀ ਹੈ ਜੀ। ਤੁਸੀਂ ਕਿੰਨੇ ਸਮੇਂ ਤੋਂ ਇੱਥੇ ਸੇਵਾ ਨਿਭਾ ਰਹੇ? 1 ਮਹੀਨਾ ਹੋ ਗਿਆ ਜੀ। ਬਾਬਾ ਜੀ ਦੀ ਕਿਰਪਾ ਦੇ ਨਾਲ ਜੋ ਮਹਾਂਪੁਰਖਾਂ ਨੇ ਇੱਥੇ ਮੰਨ ਲਓ ਇੱਥੇ ਮਹਾਰਾਜ ਸਾਹਿਬ ਦੇ ਪ੍ਰਕਾਸ਼ ਕੀਤੇ ਨੇ, ਤਾਂ 1 ਮਹੀਨੇ ਤੋਂ ਬਤੌਰ ਮੈਂ ਇੱਥੇ ਡਿਊਟੀ ਕਰ ਰਿਹਾ ਜੀ। ਪ੍ਰਕਾਸ਼ ਹੀ ਮਹਾਰਾਜ ਦਾ ਇੱਥੇ 1 ਮਹੀਨਾ ਪਹਿਲਾਂ ਹੀ ਹੋਇਆ? ਮਹੀਨਾ ਹੋਇਆ ਜੀ, ਕੋਈ ਜ਼ਿਆਦਾ ਟਾਈਮ ਨਹੀਂ ਹੋਇਆ। 1 ਮਹੀਨਾ ਪਹਿਲਾਂ ਪ੍ਰਕਾਸ਼ ਹੋਇਆ। ਤੁਸੀਂ ਉਦੋਂ ਤੋਂ ਇੱਥੇ ਗ੍ਰੰਥੀ ਸਿੰਘ ਹੋ, ਤਾਂ ਜਿਹੜਾ ਬੇਅਦਬੀ ਕਰਨ ਵਾਲਾ ਅਰਸ਼ਦੀਪ ਉਹ ਵੀ ਇੱਥੇ ਲਗਾਤਾਰ ਆਉਂਦਾ ਜੀ? ਲਗਾਤਾਰ ਸੇਵਾਦਾਰ ਸੀ ਇਸ ਘਰ ਦਾ ਜੀ। ਕੋਈ ਮੰਨ ਲਓ ਕੋਈ ਸ਼ੱਕ ਸ਼ੌਰਾ ਨਹੀਂ ਸੀ ਦੇ ਵਿੱਚ ਸੀ, ਕਿਉਂਕਿ ਆਉਂਦਾ ਸੀ ਮੇਰੇ ਕੋਲ ਅੱਧਾ ਘੰਟਾ 10 ਚਾਲ ਚੱਲਣ ਗੁਰੂ ਘਰ ਨੂੰ ਲੈ ਕੇ, ਮਰਿਆਦਾ ਨੂੰ ਲੈ ਕੇ ਕਿਸ ਤਰ੍ਹਾਂ ਦਾ ਸੀ? ਕੁਛ ਉਸ ਬਾਰੇ ਮੈਂ ਕੁਝ ਮਤਲਬ ਸੰਭਾਵਿਕ ਕਹਿ ਨਹੀਂ ਸਕਦਾ ਜੀ, ਕਿਉਂਕਿ ਮੈਂ ਉਹਨੂੰ 1 ਮਹੀਨੇ ਤੋਂ ਮੇਰੇ ਨਾਲ ਉਹਦਾ ਮਤਲਬ ਵੰਡ ਵਿਹਾਰ ਹੋਇਆ ਤੇ ਉਹ 15-20 ਮਿੰਟ ਮੇਰੇ ਕੋਲ ਆ ਕੇ ਬੈਠਾ ਰਹਿੰਦਾ ਹੁੰਦਾ ਸੀ। ਐਸੀ ਗੱਲ ਨਹੀਂ ਸੀ, ਆਣ ਕੇ ਬੈਠ ਜਾਣਾ, ਗੱਲਾਂ ਬਾਤਾਂ ਮਾਰਨੀਆਂ। ਮੈਂ ਵੀ ਉਹਨੂੰ ਸਮਝਾਉਣਾ ਵੀ ਆਪਾਂ ਗੁਰੂ ਵਾਲੇ ਬਣੀਏ, ਕੇਸਾਂ ਦਾੜੀ ਰੱਖੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ।
ਤਾਂ ਕੁਝ ਖੁੱਲ੍ਹ ਕੇ ਗੱਲ ਨਹੀਂ ਸੀ, ਮਰਨਾ ਹੀ ਨਹੀਂ ਕਰਦਾ, ਸਿਰਫ ਇੰਨੀ ਕਿ ਵੀ ਬਾਬਾ ਜੀ ਠੀਕ ਠਾਕ ਹੋ, ਜਲ ਪਾਣੀ ਛਕਿਆ, ਹਾਂ ਬਸ ਇੰਨੀ ਗੱਲ ਕਰਕੇ ਮੁੜ ਜਾਂਦਾ ਸੀ। ਅੱਛਾ। ਕੱਲ੍ਹ ਦਾ ਦਿਨ ਵੀ ਸੀ, ਕੱਲ੍ਹ ਦਾ ਵੀ ਮੈਂ ਉਹ ਇਸਰ ਭੋਲਾ ਰਹਿ ਗਿਆ, ਉਹਨੂੰ ਮੈਂ ਕਿਹਾ ਚਲੋ ਕੋਈ ਨਾ, ਆਇਆ ਕੋਈ ਨਹੀਂ, ਆਪਣਾ ਮੱਥਾ ਟੇਕਣ ਆਇਆ। ਜਦੋਂ ਮੈਂ ਆਪਣੇ ਕਮਰੇ ਦੇ ਵਿੱਚੋਂ ਨਿਕਲਿਆ ਤਾਂ ਉਹਦੇ ਪਾਪਾ ਸੰਤੋਖ ਸਿੰਘ ਮਤਲਬ ਮੱਥਾ ਟੇਕਣ ਆਉਂਦੇ ਮਗਰੇ ਹੀ, ਉਹਨਾਂ ਦੇ ਕੋਲ ਹੱਥ 'ਚ ਡੋਲ ਸੀ, ਦੁੱਧ ਲੈ ਕੇ ਆਉਂਦੇ ਸੀ ਰੋਜ਼ ਮੇਰੇ ਕੋਲੇ। ਤਾਂ ਉੱਥੇ ਤੀਰ ਪਿਆ ਜੀ ਮਹਾਰਾਜ ਸਾਹਿਬ ਦੀ ਤਾਬਿਆ ਦੇ ਵਿੱਚ, ਤੇ ਉਹ ਬਾਹਰ ਉਹਨੇ ਸੁੱਟਿਆ ਸੀ। ਬਾਬਾ ਜੀ ਕਹਿੰਦੇ ਤੀਰ ਇਹ ਜਿਹੜਾ ਤੁਹਾਡਾ ਇਹ ਆਪਣਾ ਦਰਬਾਰ ਦਾ ਤੀਰ ਇੱਥੇ ਕਿਵੇਂ ਆਇਆ? ਮੈਂ ਕਿਹਾ ਜੀ ਇੱਥੇ ਤੇ ਆਪਾਂ ਰੇਤਾ ਨਾ ਮਾਂਜਣਾ ਸੀ, ਇਹਨੂੰ ਇੱਥੇ ਮਿੱਟੀ ਥੋੜਾ ਸੁੱਟਣਾ ਸੀ ਆਪਾਂ। ਤਾਂ ਮੈਂ ਸੋਚਿਆ ਵੀ ਹੋ ਸਕਦਾ ਕੋਈ ਬੱਚਾ ਸ਼ੈਤਾਨੀ ਕਰਕੇ ਗਿਆ ਹੋਵੇ। ਮੈਂ ਅੰਦਰ ਆਇਆ ਜਦੋਂ, ਤਾਂ ਉਹ ਤੀਰ ਮੈਂ ਸਾਈਡ ਤੇ ਕਰਕੇ ਤਾਂ ਅੰਦਰ ਆਇਆ ਜਦੋਂ, ਤੇ ਮੈਂ ਆਣ ਕੇ ਦੇਖਿਆ, ਮੈਂ ਖਰਚ ਦੀ ਵੀ ਮਤਲਬ ਵੀ ਇਹ ਤੀਰ ਤੂੰ ਸੁੱਟਿਆ? ਇੱਥੇ ਤੀਰ ਆਪਣਾ ਤਾਬੇ 'ਚ ਪਿਆ ਸੀ। ਕਹਿੰਦਾ ਜੀ ਇਹ ਤੀਰ ਜਿਹੜਾ ਆਪਣਾ ਇਹ ਹਾਂ, ਕਹਿੰਦਾ ਮੈਂ ਹੀ ਸੱਟ ਕੇ, ਕਹਿੰਦਾ ਇੱਥੇ ਤੀਰ ਹੀ ਗਿਆ, ਕਹਿੰਦਾ ਹੋਰ ਕੁਝ ਬਹੁਤ ਜਾਊਗਾ ਕਹਿੰਦਾ। ਅੱਛਾ, ਉਹਨੇ ਇਹ ਗੱਲ ਕਹੀ ਜਦੋਂ ਤੁਸੀਂ ਉਹਨੂੰ ਕਿਹਾ ਵੀ ਤੂੰ ਗੁਰੂ ਦਾ ਸ਼ਸਤਰ ਬਾਹਰ ਸੁੱਟਤਾ ਜਿਹੜਾ ਮਹਾਰਾਜ ਸਾਹਿਬ ਦਾ? ਮੈਂ ਕਿਹਾ ਵੀ ਹਾਂ, ਫਿਰ ਮੈਂ ਸਮਝਾ, ਹੋਰ ਵੀ ਬਾਹਰ ਜਾਊਗਾ। ਹਾਂ ਮੈਂ ਸਮਝਾਇਆ, ਮੈਂ ਕਿਹਾ ਪੁੱਤਰ ਇਦਾਂ ਨਹੀਂ ਕਰੀਦਾ ਹੁੰਦਾਗਾ, ਵੀ ਮਹਾਰਾਜ ਸਾਹਿਬ ਦੇ ਆਪਾਂ ਸਤਿਕਾਰ ਕਰਨਾ। ਤੇ ਮੈਨੂੰ ਕਹਿੰਦਾ ਵੀ ਤੇਰੇ ਨਾਲ ਹਿਸਾਬ ਕਿਤਾਬ ਬਾਅਦ 'ਚ ਕਰਾਂਗਾ, ਪਹਿਲਾਂ ਮੈਨੂੰ ਮਤਲਬ ਵੀ ਪਹਿਲਾਂ ਮੈਨੂੰ ਕੋਈ ਨਹੀਂ, ਮੈਂ ਕਹਿੰਦਾ ਕੁਝ ਨਹੀਂ ਕਰਦਾ ਹੈਗਾ। ਮੈਂ ਲੋਈ ਲਈ ਹੋਈ ਸੀ, ਤੇ ਮੈਨੂੰ ਕਹਿੰਦੇ ਆਪਣੀ ਲੋਈ ਚੈੱਕ ਕਰਾ, ਤੂੰ ਲੋਈ ਦੇ ਵਿੱਚ ਕੁਝ ਰੱਖਿਆ ਮੈਨੂੰ ਮਾਰਨ ਵਾਸਤੇ। ਮੈਂ ਕਿਹਾ ਤੈਨੂੰ ਮਾਰਨਾ ਕੀ ਹੈ? ਤੂੰ ਮੈਂ ਕਿਹਾ ਪ੍ਰਸ਼ਾਦ ਲੈ, ਮਤਲਬ ਆਪਣਾ ਗੁਰੂ ਘਰ ਆਇਆ, ਵਾਹਿਗੁਰੂ ਵਾਹਿਗੁਰੂ ਕਰ, ਪਰਮੇਸ਼ਰ ਦਾ ਨਾਮ ਲੈ ਤੇ ਮੱਥਾ ਟੇਕ ਕੇ ਜਾ। ਮੈਂ ਵੀ ਗਜਾ ਨੂੰ ਜਾਣਾ, ਮੈਂ ਆਪਣਾ ਮਤਲਬ ਮੈਂ ਦੁੱਧ ਲੈਣ ਜਾਣਾ ਵਾ। ਤਾਂ ਇੰਨੀ ਬਚਨ ਹੋਏ ਤੇ ਮੈਨੂੰ ਫਿਰ ਉਹਦਾ ਸੰਤੋਖ ਸਿੰਘ ਉਹਦੇ ਪਿਤਾ ਜੀ ਆਵਾਜ਼ ਮਾਰ ਲਏ, ਬਾਬਾ ਜੀ ਕੌਣ ਆ, ਕਿਹਦੇ ਨਾਲ ਬਹਿਸਣ ਡੇ ਹੋ? ਮੈਂ ਕਿਹਾ ਜੀ ਤੁਹਾਡਾ ਲੜਕਾ ਆਏ, ਅੰਦਰ ਆਓ ਮੜਾ ਜਾ, ਵੀ ਪਤਾ ਨਹੀਂ ਜਾਂ ਤਾਂ ਕਿਸੇ ਨਾਲ ਲੜ ਕੇ ਆਇਆ ਜਾਂ ਕੀ ਚੱਕਰ ਆ ਜਾਂ ਕੀ ਗੱਲਬਾਤ, ਤੁਸੀਂ ਇਹਦੇ ਬਾਰੇ ਜਾਣਕਾਰੀ ਲਓ। ਉਹ ਅੰਦਰ ਆਏ ਆ, ਉਹ ਤਾਂ ਅੱਗੇ ਆਉਂਦਾ, ਉਹਦੇ ਮਗਰ ਹੀ ਮੈਂ ਆ ਗਿਆ। ਮੈਂ ਵਾਪਸ ਉਹਨਾਂ ਨੂੰ ਕਹਿ ਕੇ ਜੋ ਸੁਨਾਹ ਦੇ ਕੇ ਆਇਆ, ਮਗਰ ਹੀ ਮੈਂ ਆ ਗਿਆ। ਤੇ ਉਹਨੇ ਅੰਦਰੋਂ ਜਾ ਕੇ ਮਹਾਰਾਜ ਸਾਹਿਬ ਦਾ ਸਰੂਪ ਜਿਹੜਾ ਸੀ ਉਹ ਮੰਨ ਲਓ ਤੋਂ ਗੱਦੇ ਤੋਂ ਚੱਕ ਕੇ, ਵਾਹਿਗੁਰੂ ਪੀੜਾ ਸਾਹਿਬ ਤੋਂ ਉਠਾ ਕੇ, ਤਾਂ ਉਹ ਦਰਵਾਜ਼ੇ ਦੇ ਵਿੱਚ ਇੱਕ ਪੈਰ ਉਹਦਾ ਬਾਹਰ ਆ ਜੀ ਤੇ ਇੱਕ ਅੰਦਰ ਆ। ਅੱਛਾ, ਮਤਲਬ ਉਹਨੇ ਗੁਰੂ ਮਹਾਰਾਜ ਦਾ ਸਰੂਪ ਜਿਹੜਾ ਪੀੜਾ ਸਾਹਿਬ ਤੋਂ ਚੁੱਕ ਲਿਆ ਸੀ? ਬਿਲਕੁਲ ਬਿਲਕੁਲ ਜੀ, ਉਹਨਾਂ ਹੱਥ 'ਚ ਪਕੜਿਆ ਹੋਇਆ ਸੀ। ਤਾਂ ਜਦੋਂ ਇੰਨੀ ਗੱਲ ਹੋਈ ਹੈ ਤੇ ਮੈਂ ਫਿਰ ਉਹਨੂੰ ਸੰਤੋਖ ਸਿੰਘ ਨੂੰ ਇੰਨੀ ਗੱਲ ਕਹੀ, ਮੈਂ ਕਿਹਾ ਜੀ ਐਦਾਂ ਕਰੋ, ਤੁਸੀਂ ਇਹਨੂੰ ਮਹਾਰਾਜ ਸਰੂਪ ਪਕੜੋ, ਇਹਦੇ ਕੋਲੋਂ ਫੜੋ, ਤਾਂ ਮੈਂ ਇਹਨੂੰ ਫੜਨਾ। ਫਿਰ ਉਹਦੇ ਪਿਤਾ ਜੀ ਨੇ ਮਤਲਬ ਜ਼ੋਰ ਦੇ ਨਾਲ ਮਤਲਬ ਸਰੂਪ ਪਕੜ ਕੇ ਉਹਦੇ ਕੋਲੋਂ, ਤਾਂ ਉਹ ਉੱਥੇ ਰੱਖਤਾ ਜੀ, ਮਤਲਬ ਆਪਣਾ ਪੀੜਾ ਸਾਹਿਬ ਤੇ ਸੁਖਾਸਨ ਕਰਤਾ, ਤੇ ਮੈਂ ਚੱਕ ਕੇ ਉਹਨੂੰ ਬਾਹਰ ਲੈ ਆਇਆ ਜੀ। ਬਾਹਰ ਲੈਣ ਕੇ ਥੋੜਾ ਬਹੁਤ ਉਹਦੀ ਮਤਲਬ ਕੁੱਟਮਾਰ ਕੀਤੀ ਜੀ, ਕੁੱਟਮਾਰ ਕਰਕੇ ਤੇ ਬਾਅਦ ਚ ਮੁੜ ਕੇ ਜਿੰਨੇ ਪ੍ਰਬੰਧਕ ਸੀ ਸਾਰਿਆਂ ਨੂੰ ਫਿਰ ਮੈਂ ਹੌਲੀ ਹੌਲੀ, ਜਦੋਂ ਇਹ ਕੱਲ ਘਟਨਾ ਵਾਪਰੀ ਹੈ, ਤੁਹਾਨੂੰ ਅੰਦਾਜ਼ਾ ਲੱਗਿਆ ਵੀ ਕਿਉਂ ਕਿਸੇ ਨਸ਼ੇ 'ਚ ਸੀਗਾ ਜਾਂ ਕੁਝ ਇਸ ਤਰ੍ਹਾਂ ਸੀ? ਕੁਝ ਮੈਨੂੰ ਇਸ ਬਾਰੇ ਕੋਈ ਗਿਆਨ ਨਹੀਂ ਹੈ ਜੀ, ਮੈਂ ਨਸ਼ੇ ਦੇ ਸੀ ਜਦੋਂ ਤੁਸੀਂ ਮਹਾਰਾਜ ਸਰੂਪ ਫੜਿਆ, ਤੁਹਾਡੇ ਨਾਲ ਗੱਲਬਾਤ ਵੀ? ਨਹੀਂ, ਮੈਨੂੰ ਇਹ ਨਹੀਂ ਲੱਗਿਆ ਵੀ ਕੋਈ ਡਰਿੰਕ ਵਗੈਰਾ ਕੀਤੀ ਜਾਂ ਕੋਈ ਨੇ ਇਹੋ ਜਿਹਾ ਨਸ਼ਾ ਕੀਤਾ। ਮੈਨੂੰ ਇਸ ਤਰ੍ਹਾਂ ਮਤਲਬ ਵੀ ਐ ਲੱਗਦਾ ਹੀ ਨਹੀਂ ਸੀ ਵੀ ਇਹੋ ਜਿਹੇ ਪਹਿਰੇ 'ਚ ਆਇਆ ਜੀ। ਮੈਂ ਜਾਪਦਾ ਸੀ ਵੀ ਉਹ ਤਿਆਰੀ ਜੇ, ਕਿਉਂਕਿ ਤੁਸੀਂ ਆਪ ਕਿਹਾ ਵੀ ਜਦੋਂ ਉਹਨੇ ਕਿਹਾ ਵੀ ਅਜੇ ਤਾਂ ਬਹੁਤ ਕੁਝ ਬਾਹਰ ਜਾਊਗਾ, ਤਾਂ ਤਿਆਰੀ ਸੀ ਬੇਅਦਬੀ ਕਰਨ ਦੀ। ਬਿਲਕੁਲ ਜੀ, ਇਦਾਂ ਐ ਲੱਗਦਾ ਸੀ ਵੀ ਜਿਵੇਂ ਨਾ ਕੋਈ ਮੰਨ ਲਓ ਕਿ ਝਗੜਾ ਕਰਨ ਵਾਸਤੇ ਆਇਆ। ਮੈਂ ਕਿਹਾ ਝਗੜਾ ਕਿਹਦੇ ਨਾਲ ਆ ਤੇਰਾ? ਮੇਰੇ ਨਾਲ ਆ। ਗੁਰੂ ਸਾਹਿਬ ਨਾਲ ਕੋਈ ਝਗੜਾ ਨਹੀਂਗਾ, ਮੇਰੇ ਨਾਲ ਹੋਊਗਾ ਤੇਰਾ, ਮੈਂ ਤੈਨੂੰ ਕੁਛ ਸ਼ਿਕਾਇਤ ਨਹੀਂਗਾ। ਨਾ ਕਹਿੰਦਾ ਬਾਬਾ ਜੀ ਕੋਈ ਗੱਲ ਨਹੀਂ, ਕਹਿੰਦਾ ਤੁਸੀਂ ਬਾਹਰ ਚੱਲੋ, ਤੇਰੇ ਨਾਲ ਬਾਅਦ 'ਚ ਗੱਲ ਕਰੂੰਗਾ। ਅੱਛਾ, ਬਸ ਇੰਨੀ ਗੱਲ ਹੋਈ ਹੈ ਜੀ। ਕੋਈ ਇਹ ਨਹੀਂ ਕਿ ਪੁਰਾਣਾ ਇਸ਼ੂ ਸੀ ਮੇਰੇ ਨਾਲ ਉਹਦਾ, ਜਾਂ ਕੋਈ ਮੰਨ ਲਓ ਕੋਈ ਇੱਥੋਂ ਦੇ ਸੇਵਾਦਾਰ ਨਾਲ ਕੋਈ ਇਸ਼ੂ ਸੀ ਉਹਦਾ, ਕੋਈ ਗੱਲਬਾਤ ਨਹੀਂ ਸੀ। ਹਾਂਜੀ, ਤਾਂ ਮਤਲਬ ਇਹ ਆ ਵੀ ਉਹਦੀ ਮਨਸ਼ਾ ਕਿਤੇ ਨਾ ਕਿਤੇ ਸੀਗੀ ਵੀ ਉਹ ਕੁਝ ਕਰਨ ਆਇਆ। ਤੁਹਾਨੂੰ ਜਾਪਦਾ ਵੀ ਸ਼ਾਇਦ ਉਹਨੂੰ ਕਿਸੇ ਨੇ ਤਿਆਰ ਕਰਕੇ ਭੇਜਿਆ ਹੋ ਸਕਦਾ, ਕੁਛ ਨਾ ਉਹਦੇ, ਕਿਉਂਕਿ ਲਗਾਤਾਰ 1 ਮਹੀਨਾ ਤਾਂ ਤੁਸੀਂ ਦੇਖਦੇ ਹੋਗੇ ਹੋ, ਬਾਕੀ ਸੰਗਤ ਨਾਲ ਅਸੀਂ ਗੱਲਬਾਤ ਕਰਾਂਗੇ। ਉਹ ਕਹਿੰਦੇ ਵੀ ਇਹ ਗੁਰੂ ਘਰ ਜਦੋਂ ਬਣਿਆ, ਉਹਨਾਂ ਦੇ ਪਰਿਵਾਰ ਦਾ ਬੜਾ ਵੱਡਾ ਇੰਚ ਜਿਹੜਾ ਕਿ ਸੇਵਾਦਾਰੀ ਤੌਰ ਤੇ ਯੋਗਦਾਨ ਆ, ਤਾਂ ਉਹ ਆਖਿਰ ਉਸੇ ਪਰਿਵਾਰ ਦਾ ਕਲੰਕ ਲਵਾਤਾ ਉਹਨੇ, ਪਰਿਵਾਰ ਨੂੰ ਵੀ, ਪਿੰਡ ਨੂੰ ਕਲੰਕ ਲਵਾਤਾ ਸਰ। ਫਿਰ ਹੁਣ ਇਸ ਚੀਜ਼ ਦਾ ਮੈਨੂੰ ਇਸ ਬਾਰੇ ਉਹਦਾ ਕੋਈ ਮਤਲਬ ਹੈ ਨਹੀਂ ਸੀ ਜੀ। ਮੇਰੇ ਕੋਲ ਆਉਂਦਾ ਸੀ, ਬੜੇ ਪ੍ਰੇਮ ਨਾਲ ਬੈਠਦਾ ਸੀ ਮੇਰੇ ਕੋਲ ਆਣ ਕੇ, ਕਹਿਣਾ ਬਾਬਾ ਜੀ ਮੈਂ ਵਿਦੇਸ਼ ਜਾਣਾ, ਮੈਂ ਵਿਦੇਸ਼ ਜਾਣ ਦੀ ਮਤਲਬ ਮੈਨੂੰ ਮੇਰੇ ਪਾਪਾ ਨੂੰ ਕਹੋ ਮੈਨੂੰ ਭੇਜਣ ਬਾਹਰ। ਤਾਂ ਮੈਂ ਕਹਿਣਾ ਕੋਈ ਨਹੀਂ, ਮੈਂ ਸਮਝਾਉਂਗਾ, ਤੂੰ ਪਹਿਲਾਂ ਵਿਦੇਸ਼ ਜਾਣ ਤੋਂ ਪਹਿਲਾਂ ਇੱਥੇ ਗੁਰੂ ਘਰ ਆਇਆ ਕਰ, ਬਾਣੀ ਪੜਿਆ ਕਰ, ਸਿਮਰਨ ਕਰਿਆ ਕਰ, ਇੱਥੇ ਸੇਵਾ ਕਰਿਆ ਕਰ, ਤਾਂ ਸਭ ਕੁਝ ਮਹਾਰਾਜ ਸਾਹਿਬ ਤੈਨੂੰ ਸੱਚੇ ਪਾਤਸ਼ਾਹ ਦੇਣਗੇ। ਘਰ ਬਹੁਤ ਵੱਡਾ, ਬਸ ਇੰਨੀ ਬਚਨ ਹੁੰਦਾ ਸੀ। ਕੋਈ ਇਹ ਨਹੀਂ ਕਿ ਮੰਨ ਕੇ ਚਲੋ ਵੀ ਉਹ ਮਲਿਥਣ ਗਾਲੀ ਗਲੋਚ ਕਰਦਾ ਸੀ ਮੈਨੂੰ, ਜਾਣ ਕੇ ਮੈਨੂੰ ਕੋਈ ਧਮਕੀਆਂ ਦਿੰਦਾ ਸੀ, ਨਾ ਕੋਈ ਇਸ ਗੱਲ ਨਹੀਂ ਸੀ। ਬਿਲਕੁਲ ਬੀਬਾ ਬੱਚਾ ਸੀ। ਜਦੋਂ ਤੁਸੀਂ ਉਹਨੂੰ ਫੜਿਆ ਬੇਅਦਬੀ ਤੋਂ ਬਾਅਦ, ਗੁਰੂ ਮਹਾਰਾਜ ਸਰੂਪ ਜਿਹੜਾ ਪੀੜਾ ਸਾਹਿਬ ਤੋਂ ਸ਼ੋਭਿਤ ਕਰਨ ਤੋਂ ਬਾਅਦ, ਤੁਸੀਂ ਕੋਈ ਉਹਦੀ ਕੁੱਟਮਾਰ ਹੀ ਮਾੜੀ ਮੁੱਟੀ ਕੀਤੀ, ਉਹਨੂੰ ਪੁੱਛਿਆ ਦੱਸਿਆ ਕੁਝ ਮੰਨਿਆ ਉਹ? ਨਾ ਜੀ ਕੁਛ ਨਹੀਂ, ਅੱਗੋਂ ਮਤਲਬ ਗੁੰਮਸੁੰਮ ਸੀ, ਐਂ ਸੀ ਜਿਵੇਂ ਮੈਂਟਲੀ ਅਪਸੈਟ ਹੁੰਦਾ ਹੈ ਜੀ। ਉਹਨੂੰ ਕੋਈ ਪਤਾ ਨਹੀਂ ਸੀ ਮੈਂ ਕਿੱਥੇ, ਮਤਲਬ ਵੀ ਇਹ ਮੈਨੂੰ ਕਿੰਨਾ ਨੇ ਫੜ ਲਿਆ ਜਾਂ ਕੀ ਆ, ਜਾਂ ਡੌਰ ਭੋਰਾ ਦੇਖੀ ਜਾਂਦਾ ਇਸ ਸਵਾਲ ਨੂੰ। ਤੁਹਾਨੂੰ ਜਾਣਦਾ ਸੀ, ਸਾਰਿਆਂ ਨੂੰ ਜਾਣਦਾ ਸੀ। ਉਸ ਤੋਂ ਬਾਅਦ ਉਹਨੇ ਕੋਈ ਗੱਲਬਾਤ ਬੋਲੀ ਹੋਵੇ? ਨਾ, ਕੋਈ ਗੱਲਬਾਤ ਨਹੀਂ ਕੀਤੀ ਜੀ, ਕੋਈ ਕਿਸੇ ਤਰ੍ਹਾਂ ਦਾ ਕੋਈ ਉਹਨੇ ਗਾਲ ਨਹੀਂ ਕੱਢੀ ਕਿਸੇ ਤਰ੍ਹਾਂ ਦੀ ਜੀ। ਕੋਈ ਉਹਨੇ ਇਹ ਨਹੀਂ ਕਿਹਾ ਮੈਂ ਕਿਸ ਮਨਸ਼ਾ ਲਈ ਆਇਆ ਜਾਂ ਮੈਨੂੰ ਕਿੰਨੇ ਭੇਜਿਆ। ਤੁਸੀਂ ਕੁੱਟਦੇ ਮਾਰਦੇ ਕੋਈ ਪੁੱਛਦੇ ਦੱਸਦੇ ਕੁਝ ਬੋਲਿਆ? ਨਾ, ਕੁਛ ਨਹੀਂ ਬੋਲਿਆ ਜੀ ਅੱਗੋਂ, ਬਿਲਕੁਲ ਐ ਮਸਤ ਚੁੱਪ ਰਿਹਾ ਜੀ। ਅੱਗੋਂ ਕੁੱਟ ਖਾਈ ਗਿਆ, ਤਾਂ ਅੱਗੋਂ ਬਸ ਕੁੱਟ ਖਾ ਕੇ ਤੇ ਉਦੋਂ ਬਾਅਦ ਉਹਦੇ ਪਾਪਾ ਨੇ ਮੈਨੂੰ ਪਕੜ ਲਿਆ। ਬਾਕੀ ਜੋ ਰਿਸ਼ਤੇਦਾਰ ਆਏ, ਮਤਲਬ ਜਿਹੜੇ ਆਂਢ ਗੁਆਂਢ ਦੇ ਚਾਚੇ ਤਾਏ ਜੋ ਵੀ, ਤੇ ਜਾਂ ਪ੍ਰਬੰਧਕ ਜਨ ਸਨ, ਉਹ ਮਗਰ ਆ ਗਏ ਜੀ। ਉਹਨਾਂ ਨੇ ਆਣ ਕੇ ਪਕੜ ਕੇ ਤੁਹਾਨੂੰ ਆਪਣੇ ਘਰ ਲੈ ਗਏ ਜੀ। ਹਾਂਜੀ, ਆਹ ਗੱਲ ਹੋਈ ਹੈ ਜੀ। ਕੋਈ ਅਣਸੁਖਾਣੀ ਘਟਨ ਤੋਂ ਹੋਣ ਤੋਂ ਬਚਾ ਹੋ ਗਿਆ। ਹਾਂ, ਅਗਰ ਮੈਂ ਨਾ ਇੱਥੇ ਹੁੰਦਾ ਤਾਂ ਹੋ ਸਕਦਾ ਸੀ ਕਿ ਮਤਲਬ ਕੋਈ ਭਾਣਾ ਹੋ ਜਾਂ ਵਰਤਦਾ ਜੀ, ਕੋਈ ਗੱਲ ਬਣ ਜਾਂਦੀ। ਤਾਂ ਅਸੀਂ ਪਿੰਡ ਦੇ ਨਾਲ ਪ੍ਰਬੰਧਕ ਹੈਗੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਭਾਈ ਸਾਹਿਬ ਤੁਸੀਂ ਵੀ ਪਲੀਜ਼ ਇੱਥੇ ਰਹਿਣਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ। ਹਾਂ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਨਾਮ ਕੀ ਹੈ ਜੀ? ਜਸਵਿੰਦਰ ਸਿੰਘ ਹੈ ਜੀ ਮੇਰਾ ਨਾਮ ਜੀ। ਤੁਸੀਂ ਇੱਥੇ ਇਸੇ ਪਿੰਡ ਦੇ ਹੋ? ਇਸੇ ਪਿੰਡ ਦੇ ਆ ਜੀ। ਇਸ ਗੁਰੂ ਘਰ ਨਾਲ ਸਾਡਾ ਸਾਰਾ ਪਰਿਵਾਰ ਹੀ ਜੁੜਿਆ ਹੋਇਆ ਜੀ।
ਅਸੀਂ ਇੱਥੇ ਅਸੀਂ ਸੇਵਾ ਕਰਕੇ ਜਿੰਨੀ ਵੀ ਹੋ ਸਕੀ ਆ ਸਾਰੇ ਪਰਿਵਾਰ ਨੇ ਨਗਰ ਦੇ ਸੰਯੋਗ ਨਾਲ ਅਸੀਂ ਇਹ ਗੁਰੂ ਘਰ ਦੀ ਇਮਾਰਤ ਬਣਾਈ ਆ ਜੀ। ਜੀ ਤਾਂ ਕੱਲ ਜਿਹੜੀ ਬੇਅਦਬੀ ਦੀ ਘਟਨਾ ਵਾਪਰੀ ਉਹਦੇ ਬਾਰੇ ਤੁਸੀਂ ਕਹਿੰਦੇ ਹੋ ਕਿਉਂਕਿ ਕਹਿੰਦੇ ਵੀ ਜਿੱਦਾਂ ਤੁਸੀਂ ਸੇਵਾ ਕਰਦੇ ਹੋ ਕਹਿੰਦੇ ਉਹਨਾਂ ਦੇ ਪਿਤਾ ਜੀ ਵੀ ਇੱਥੇ ਸੇਵਾ ਕਰਦੇ ਸੀ ਤਾਂ ਉਹ ਬੰਦੇ ਨੇ ਏਡਾ ਵੱਡਾ ਗੁਨਾਹ ਕੀਤਾ ਕਿਉਂ ਕੀ ਜਾਪਦਾ? ਇਹਨਾਂ ਜੀ ਅਸੀਂ ਸਿਰਫ 4-5 ਬੰਦੇ ਹੀ ਆ ਜੀ, ਜਿਹਦੇ ਵਿੱਚ ਇੱਕ ਮੈਂ ਆ, ਇੱਕ ਸਾਹਿਬ ਸਿੰਘ ਆ, ਜਗਰਾਜ ਸਿੰਘ ਆ, ਇਹ ਲਖਵਿੰਦਰ ਸਿੰਘ ਆ। ਅਸੀਂ 4-5 ਬੰਦੇ, ਇੱਕ ਇਹਦਾ ਡੈਡੀ ਆ ਸੰਤੋਖ ਸਿੰਘ ਆ। ਸਾਰਾ ਦਿਨ ਅਸੀਂ ਸੇਵਾ ਇੱਥੇ ਕਰਦੇ ਸੀ। ਉਹ ਉੱਪਰ ਇੱਕ ਕਮਰਾ ਬਣਾਇਆ ਜੀ, ਉਹਦੇ ਵਿੱਚ ਵੀ ਇਹ ਮੁੰਡਾ ਵੀ ਸਾਡੇ ਨਾਲ ਹੀ ਸੇਵਾ ਕਰਦਾ ਸੀ। ਪੜ੍ਹਿਆ ਲਿਖਿਆ ਜੀ, ਬੇਰੁਜ਼ਗਾਰ ਆ ਕਿ ਮਤਲਬ ਕੋਈ ਨੌਕਰੀ ਮਿਲੀ ਨਹੀਂ, ਕਿ ਬਾਹਰ ਜਾਣ ਦੀ ਇਹਨੂੰ ਇੱਛਾ ਸੀ, ਬਾਹਰ ਇਹ ਜਾ ਨਹੀਂ ਸਕਿਆ। ਉਦੋਂ ਦਾ ਇਹਦਾ ਦਿਮਾਗ ਦੇ ਵਿੱਚ ਫਰਕ ਪੈ ਗਿਆ ਹੋਇਆ ਜੀ, ਮਤਲਬ ਚੁੱਕਿਆ ਗਿਆ ਦਿਮਾਗ। ਇੱਥੇ ਦੇਖ ਕੇ ਗਏ ਅੱਗੇ ਪਹਿਲਾਂ ਪਰਚੀਆਂ ਵੀ ਇਹਦੀਆਂ, ਕਦੀ ਕਿਤੋਂ ਇਲਾਜ ਕਰਵਾਉਂਦੇ ਆ, ਕਦੀ ਕਿਤੋਂ ਇਲਾਜ ਕਰਵਾਉਂਦੇ ਆ। ਚੱਕਿਆ ਗਿਆ ਇਸ ਤੋਂ ਪਹਿਲਾਂ ਇਹਨੇ ਕਿਸੇ ਦਾ ਸਿਰ ਪਾੜਿਆ, ਕਿਸੇ ਗੱਡੀ ਗੁੱਡੀ ਥੱਲੇ ਆਇਆ? ਗੱਡੀ ਗੁੱਡੀ ਥੱਲੇ ਮਤਲਬ ਆਮ ਹੀ ਲੜਾਈ ਝਗੜੇ, ਘਰੇ ਬਹੁਤ ਲੜਾਈ ਝਗੜਾ ਕਰਦਾ ਸੀ ਕਿ ਮੈਨੂੰ ਮੇਰੇ ਪਾਪਾ ਬਾਹਰ ਭੇਜਦੇ ਐ। ਬਾਹਰ ਜਾਣ ਦਾ ਰੌਲਾ ਸੀ ਨਾ, ਜਿੱਦਾਂ ਕਿਉਂਕਿ ਮਾਨਸਿਕ ਰੋਗੀ ਗੁਰੂ ਘਰ ਅੱਗੇ ਬੇਅਦਬੀ ਕਰਦਾ, ਕਿਸੇ ਦਾ ਸਿਰ ਪਾੜਿਆ, ਕਿ ਬੰਦੇ ਨੂੰ ਮਾਰਿਆ ਨੇ, ਕਦੇ ਕਿਸੇ ਬੰਦੇ ਦਾ ਸਿਰ ਨਹੀਂ ਇਹਨੇ ਕਦੇ ਮਹਾਰਾਜ ਸਾਹਿਬ ਦੀ ਬੇਅਦਬੀ ਕੀਤੀ, ਕਦੇ ਆਪਦੇ ਮਾਫ ਕਰਨਾ ਪਿਓ ਦੀ ਪੱਗ ਨੂੰ ਹੱਥ ਪਾਇਆ ਨੇ, ਮਾਂ ਦੀ ਗੁੱਤ ਪੁੱਟੀ? ਮਾਂ ਦੀ ਗੁੱਤ ਵੀ ਪੁੱਟੀ ਆ ਜੀ, ਪਿਓ ਦੀ ਪੱਗ ਨੂੰ ਵੀ ਹੱਥ ਪਾਇਆ। ਮਤਲਬ ਕਈ ਵਾਰੀ, ਇੱਕ ਵਾਰੀ ਨਹੀਂ ਕਈ ਵਾਰੀ ਪਿਓ ਨੂੰ ਇਹਨੇ ਕੁੱਟਿਆ ਵੀ ਆ ਜੀ। ਕਈ ਵਾਰੀ ਇਦਾਂ ਦੀ ਇਹਦੇ ਨਾਲ ਇਹ ਹੋਇਆ, ਹਾਦਸਾ ਹੋਇਆ। ਤੇ ਇਹ ਜਿਹੜਾ ਇਹਦਾ ਫਾਦਰ ਆ ਸੰਤੋਖ ਸਿੰਘ, ਉਹ ਵੀ ਬਾਬਾ ਅਵਤਾਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਸੀ ਵੀ ਬਾਬਾ ਜੀ ਇਹਨੂੰ ਕੁਝ ਸਮਝਾਓ, ਕੁਝ ਕਰੋ। ਤੇ ਬਾਕੀ ਸਾਡੇ ਨਾਲ ਮਤਲਬ ਜਿਹੜਾ ਅਸੀਂ ਜਿੰਨਾ ਇੱਥੇ ਕੰਮ ਕਰਦੇ ਸੀ, ਜਿੰਨੇ ਪ੍ਰਬੰਧਕ ਸੀ, ਸਾਡੇ ਨਾਲ ਕਿਸੇ ਤਰ੍ਹਾਂ ਦੀ ਉਹਨੇ ਕਦੀ ਨਹੀਂ, ਸਾਡੇ ਨਾਲ ਸੇਵਾ ਕਰਦੇ ਸੀ। ਕੱਲ ਇਥੋਂ ਨਗਰ ਕੀਰਤਨ ਲੰਘਿਆ, ਨਗਰ ਕੀਰਤਨ ਦੇ ਵਿੱਚ ਮਤਲਬ ਉਹਨੇ ਬਹੁਤ ਜ਼ਿਆਦਾ ਸੇਵਾ ਕੀਤੀ ਆ। ਬ੍ਰੈਡ ਵਰਤਾਉਂਦੇ ਰਹੇ ਆ, ਚਾਹ ਪਾਣੀ ਵਰਤਾਉਂਦੇ ਰਹੇ ਆ। ਇਹਦਾ ਜਿੱਦਾਂ ਕਿ ਉਹਦੇ ਮਤਲਬ ਮਨ ਨੂੰ ਉਹਦਾ ਕੁਝ ਦਿਮਾਗ ਨੂੰ ਹੀ ਹੋ ਗਿਆ। ਇੱਥੋਂ ਦਾ ਘਰ ਕਿੰਨੀ ਕੁ ਦੂਰ ਹੈ ਜੀ ਇਸ ਜਗ੍ਹਾ ਤੋਂ? ਘਰ ਬਹੁਤੀ ਦੂਰ ਨਹੀਂ ਜੀ, ਥੋੜੀ ਦੂਰ ਆ, ਨੇੜੇ ਆ ਜੀ। ਅੰਦਾਜ਼ਾ ਮਤਲਬ ਤੁਸੀਂ ਕਿਲੋਮੀਟਰ ਵੀ ਨਹੀਂ ਹੈਗਾ ਜੀ ਸਿੱਧਾ ਤਾਂ। ਕਿਲੋਮੀਟਰ ਕਾਹਦੇ ਤੇ ਆਇਆ ਕੱਲ ਬੇਅਦਬੀ ਕਰ ਜਦੋਂ ਇੱਥੇ ਆਇਆ? ਮੋਟਰਸਾਈਕਲ ਤੇ ਸੀ ਜੀ, ਮੋਟਰਸਾਈਕਲ ਦਾ ਮਤਲਬ ਉਹਨਾਂ ਕੋਲੇ 2 ਮੋਟਰਸਾਈਕਲ ਆ, ਇੱਕ ਬੁਲਟ ਮੋਟਰਸਾਈਕਲ ਆ, ਇੱਕ ਪਲਟੀਨਾ ਮੋਟਰਸਾਈਕਲ ਆ। ਉਹਦੇ ਚੋਂ ਕਿਸੇ ਦੇ ਇੱਕ ਤੇ ਆਇਆ ਜੀ। ਉਹ 1 ਕਿਲੋਮੀਟਰ ਮੋਟਰਸਾਈਕਲ ਤੇ ਆਇਆ। ਰਾਜ ਕਿਸੇ ਦੇ ਵਿੱਚ ਉਹਨੇ ਮਾਰਿਆ ਮੋਟਰਸਾਈਕਲ? ਕਿਉਂਕਿ ਉਹ ਕੱਲ ਸੁਬਾਹ ਦਾ ਟਾਈਮ ਸੀ ਜੀ, ਕੋਈ ਮਤਲਬ ਕੋਈ ਟ੍ਰੈਫਿਕ ਨਹੀਂ ਸੀ ਹੈਗਾ ਜਦੋਂ ਆਇਆ ਇੱਥੇ। ਉਹਨੇ ਕੋਈ ਕਿਸੇ ਦੇ ਵਿੱਚ ਨਹੀਂ ਮਾਰਿਆ। ਨਗਰ ਕੀਰਤਨ ਵੀ ਸੀਗਾ ਕੱਲ, ਨਗਰ ਕੀਰਤਨ ਸੇਵਾ ਕਰਦਾ ਰਿਹਾ। ਕੱਲ ਨਗਰ ਕੀਰਤਨ 'ਚ ਕਿਸੇ ਦੇ ਸਿਰ ਸੁਰ ਪਾੜਿਆ ਹੋਵੇ ਉਹਨੇ? ਨਾ ਜੀ ਨਾ, ਕੋਈ ਸਿਰ ਨਹੀਂ ਪਾੜਿਆ। ਸਾਰਾ ਦਿਨ ਬੇਅਦਬੀ ਕਰਨੀ ਸੀ ਉਹਨੇ। ਬਸ ਇਹ ਤਾਂ ਹੁਣ ਜੀ ਆਪਾਂ ਮਤਲਬ ਤੁਸੀਂ ਜਿੱਦਾਂ ਕਿ ਮੈਨੂੰ ਕਹਿੰਦੇ ਜੇ ਮੈਨੂੰ ਇਹਦੇ ਬਾਰੇ ਨਹੀਂ ਪਤਾ, ਉਹਦੇ ਮਨ ਨੂੰ ਪਤਾ ਜੀ। ਉਹਦੇ ਮਨ 'ਚ ਕੀ ਗੱਲ ਆਈ ਆ, ਕਿਵੇਂ ਆਈ ਆ, ਵੀ ਉਹਦਾ ਬੇਅਦਬੀ ਕਰਨ ਦਾ ਇਰਾਦਾ ਸੀ, ਜਾਂ ਉਹਦਾ ਦਿਮਾਗ ਨਹੀਂ ਸੀ ਸਹੀ, ਜਾਂ ਉਹਨੂੰ ਕੋਈ ਸੱਟ ਫੇਟ ਲੱਗੀ ਸੀ, ਕੁਝ ਵੀ ਆ ਉਹਦੇ ਬਾਰੇ ਤਾਂ ਉਹ ਹੀ ਦੱਸ ਸਕਦਾ ਜੀ। ਜਦੋਂ ਇਹ ਗੱਲਬਾਤ ਹੋਈ ਹੈ ਜੀ, ਅਸੀਂ ਉਸੇ ਵੇਲੇ ਮਤਲਬ ਪੁਲਿਸ ਨੂੰ ਵੀ ਫੋਨ ਕੀਤਾ, ਪੁਲਿਸ ਆ ਗਈ ਹੈ ਜੀ। ਉਹ ਸ਼ਾਮ ਤੱਕ ਬਾਬਾ ਜੀ ਨੂੰ ਉਡੀਕਦੇ ਰਹੇ ਅਸੀਂ ਵੀ ਬਾਬਾ ਜੀ ਆਉਣਗੇ, ਕੀ ਕਾਰਵਾਈ ਕਰਵਾਉਣੀ ਆ। ਉਸ ਤੋਂ ਬਾਅਦ ਉਹਨੂੰ ਥਾਣੇ ਫੜਾਤਾ ਜੀ ਅਸੀਂ ਸਾਰਿਆਂ ਨੇ। ਸਵੇਰ 8:30 ਪੌਣੇ 9 ਦੀ ਘਟਨਾ ਦੱਸਦੇ ਆ। 8:30 ਤੋਂ ਲੈ ਕੇ ਸ਼ਾਮ ਤੱਕ ਦਾ 12-14 ਘੰਟੇ ਉਹ ਪਰਿਵਾਰ ਕੋਲ ਹੀ ਰਿਹਾ ਜਾਂ ਤੁਹਾਡੇ ਕੋਲ ਹੀ ਰਿਹਾ? ਤੁਸੀਂ ਸਾਰੇ ਇਕੱਠੇ ਸੀਗੇ? ਨਹੀਂ, ਹਸਪਤਾਲ ਰਿਹਾ ਜੀ, ਹਸਪਤਾਲ ਰਿਹਾ। ਅੱਛਾ, ਉਹਨੂੰ ਇੱਥੋਂ ਫੜ ਕੇ ਹਸਪਤਾਲ ਲੈ ਗਏ ਸੀ? ਹਸਪਤਾਲ ਲੈ ਗਏ ਸੀ ਇੱਥੋਂ ਫੜ ਕੇ, ਜਾ ਕੇ ਉਹਦਾ ਦਵਾਈ ਦਾਰੂ ਉਹ ਅਜੇ ਵੀ ਮਤਲਬ ਉੱਥੇ ਅਸੀਂ ਥਾਣੇ ਹੁਣ ਅੱਜ ਸਵੇਰ ਜਾ ਕੇ ਆਏ। ਹਸਪਤਾਲ ਕੋਈ ਗੱਲਬਾਤ ਹੋਈ? ਉਹਨੂੰ ਕੋਈ ਪੁੱਛਿਆ ਦੱਸਿਆ? ਹਸਪਤਾਲ ਅਸੀਂ ਉਹਨੂੰ ਪੁੱਛਿਆ ਵੀ ਤੈਨੂੰ ਕੀ ਹੋਇਆ? ਉਹ ਕੁਝ ਬੋਲ ਹੀ ਨਹੀਂ ਰਿਹਾ ਜੀ, ਨਾ ਕੁਝ ਦੱਸ ਰਿਹਾ। ਉਹਨੂੰ ਕੋਈ ਪਤਾ ਹੀ ਨਹੀਂ ਵੀ ਮੈਂ ਕੀ ਕੀਤਾ ਕੀ ਨਹੀਂ ਕੀਤਾ, ਕੁਝ ਨਹੀਂ ਉਹਨੂੰ। ਅਸੀਂ ਥਾਣੇ ਵੀ ਉਹਦੇ ਮਗਰ ਗਏ ਆ, ਵੇਖੀਏ ਕੀ ਗੱਲਬਾਤ ਆ। ਪੁਲਿਸ ਵਾਲਿਆਂ ਨੇ ਵੀ ਉਹਦੇ 4 ਛਿੱਤਰ ਮਾਰੇ ਆ, ਇੱਥੇ ਵੀ ਅਸੀਂ ਮਾਰੇ ਆ। ਉਹਨੂੰ ਕੁਝ ਪਤਾ ਨਹੀਂ ਜੀ ਵੀ ਬੰਦੇ ਨੂੰ ਕੁੱਟਦੇ ਜਾਂ ਆਪਾਂ ਡੰਗਰ ਨੂੰ ਕੁੱਟਦੇ, ਉਹਨੂੰ ਕੁਝ ਪਤਾ ਨਹੀਂ। ਤਾਂ ਤੁਹਾਨੂੰ ਅੰਦਾਜ਼ਾ ਹੈ ਕਿਉਂਕਿ ਪਹਿਲਾਂ ਵੀ ਤੁਸੀਂ ਪਿੰਡ ਦੇ ਲੋਕ ਦੇ ਕੋਈ ਮਾੜਾ ਮੋਟਾ ਦਵਾਈ ਦਾਰੂ ਚੱਲਦਾ ਸੀ, ਘਰੇ ਲੜਦਾ ਸੀ, ਬਾਹਰ ਜਾਣ ਪਿੱਛੇ ਲੜਦਾ ਸੀਗਾ, ਤਾਂ ਤੁਹਾਨੂੰ ਜਾਪਦਾ ਵੀ ਸ਼ਾਇਦ ਉਹ ਜਿਹੜੀ ਉਹਦੀ ਉਹ ਪ੍ਰੋਬਲਮ ਸੀ, ਸ਼ਾਇਦ ਉਹਦਾ ਕੋਈ ਫਾਇਦਾ ਕੋਈ ਹੋਰ ਬੰਦਾ ਵੀ ਚੁੱਕਿਆ ਜਾ ਸਕਦਾ ਜਿਹਨੇ ਸੋਚਿਆ ਹੋਵੇ ਵੀ ਇਹਨੂੰ ਤਿਆਰ ਕਰੋ ਤੇ ਪਹਿਲਾਂ ਹੀ ਥੋੜਾ ਜਿਹਾ ਮੈਂਟਲੀ ਹੈਗਾ ਜਿਹੜੀ ਤੁਸੀਂ ਗੱਲ? ਨਹੀਂ ਜੀ ਨਹੀਂ, ਬਿਲਕੁਲ ਹੀ ਨਹੀਂ, ਇਹੋ ਜੀ ਕੋਈ ਵੀ ਨਹੀਂ। ਅਸੀਂ ਇਹ ਗੱਲ ਸੋਚ ਵੀ ਸਾਡੇ ਨਾਲ ਉਹਨਾਂ ਜੀ ਮਤਲਬ ਕੱਲ ਛੱਡ ਕੇ ਹਰੇਕ ਦਿਨ ਹੀ ਅਸੀਂ ਇੱਥੇ ਰਾਤ ਨੂੰ ਅਸੀਂ ਪਹਿਰਾ ਵੱਜ ਰਹਿੰਦੇ ਹਾਂ। 3-4 ਬੰਦੇ ਰਾਤ ਨੂੰ ਇੱਥੇ ਹੁੰਨੇ ਅਸੀਂ, ਸਾਰਾ ਦਿਨੇ ਵੀ ਅਸੀਂ ਹੁੰਨੇ ਆ। ਇਹੋ ਜੀ ਕਦੀ ਵੀ ਨਹੀਂ ਮਤਲਬ ਕਦੀ ਸੋਚਿਆ ਵੀ ਨਹੀਂ ਜਾ ਸਕਦਾ ਵੀ ਉਹਨੂੰ ਕੋਈ ਬੰਦਾ ਕਹਿ ਦੂਗਾ ਜਾਂ ਕੋਈ ਕਿਸੇ ਨੂੰ ਕਹਿ ਕੇ ਸਾਡੀ ਕੋਈ ਮਹਾਰਾਜ ਦੀ ਕੋਈ ਬੇਅਦਬੀ ਕਰਾ ਦੂਗਾ। ਨਹੀਂ, ਬਿਲਕੁਲ ਹੀ ਇਸ ਗੱਲ ਦੀ ਮਤਲਬ ਅਸੀਂ ਜ਼ਿੰਮੇਵਾਰ ਉਹਦੇ ਆਪਣੇ ਹੀ ਮਨ 'ਚ ਆਇਆ ਵੀ ਮੈਂ ਇਹ ਕੰਮ ਆਪਣਾ ਹੀ ਜਿਵੇਂ ਕਿ ਉਹਦਾ ਦਿਮਾਗ ਚੁੱਕਿਆ ਗਿਆ, ਆਪਣੇ ਦਿਮਾਗ ਨਾਲ ਹੀ ਉਹਨੇ ਜੋ ਇਹ ਗਲਤੀ ਕੀਤੀ ਆ ਉਹ ਕੀਤੀ ਉਹਨੇ। ਬਾਕੀ ਆਪਣੇ ਬਾਬਾ ਜੀ ਆਏ ਸੀ, ਬਾਬਾ ਜੀ ਨੇ ਵੀ ਆਣ ਕੇ ਸਾਰੀ ਇਨਕੁਆਇਰੀ ਕੀਤੀ ਆ ਵੀ ਕਿਵੇਂ ਕਿਵੇਂ ਹੋਈ ਆ। ਬਾਬਾ ਜੀ ਵੀ ਇੱਥੇ ਸਾਰਾ ਵੇਖ ਕੇ ਗਏ ਆ, ਆਣ ਕੇ ਉਹਨਾਂ ਨੇ ਪ੍ਰਸ਼ਾਦ ਕਰਵਾ ਕੇ ਗੁਰੂ ਮਹਾਰਾਜ ਕੋਲੋਂ ਵਾਕ ਲੈ ਕੇ ਹੁਣ ਦੇਖ ਵਰਤਾ ਕੇ ਹੁਣ ਹੀ ਗਏ ਆ ਜੀ। ਤਾਂ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ, ਪਰ ਜਿਹੜੀ ਇਹ ਘਟਨਾ ਹੈਗੀ ਹੈ ਨਾ, ਇਹ ਬਾਕੀਆਂ ਨਾਲੋਂ ਵੱਖਰੀ ਹੈ ਕਿਉਂਕਿ ਬੇਅਦਬੀ ਕਰਨ ਵਾਲਾ ਜਿਹੜਾ ਉਹ ਉਸ ਪਰਿਵਾਰ 'ਚੋਂ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਬਣਵਾਇਆ। ਪਰ ਇਹ ਬਹੁਤ ਸ਼ਰਮਨਾਕ ਗੱਲ ਵੀ ਹੈ
ਔਰ ਬਹੁਤ ਜਿਹੜਾ ਕਿ ਉਹ ਐਡੀ ਇੱਕ ਮੰਦਭਾਗੀ ਗੱਲ ਹੈ ਵੀ ਜਿਨ੍ਹਾਂ ਦੇ ਪਰਿਵਾਰਾਂ ਨੇ ਗੁਰਦੁਆਰਾ ਸਾਹਿਬ ਬਣਵਾਇਆ ਉਹਨਾਂ ਦਾ ਬੱਚਾ ਜਿਹੜਾ ਕਹਿੰਦੇ ਵੀ ਉਹਦੀ ਦਵਾਈ ਚੱਲਦੀ ਸੀ ਮੈਂਟਲੀ, ਪਰ ਉਹ ਘਰੇ ਲੜਦਾ ਸੀਗਾ ਮੈਂ ਬਾਹਰ ਜਾਣ ਪਿੱਛੇ ਲੜਦਾ ਸੀ। 1 ਕਿਲੋਮੀਟਰ ਮੋਟਰਸਾਈਕਲ ਤੇ ਆਇਆ, ਰਸਤੇ 'ਚ ਕਿਸੇ ਦੇ ਵਿੱਚ ਮੋਟਰਸਾਈਕਲ ਨਹੀਂ ਮਾਰਿਆ। ਨਗਰ ਕੀਰਤਨ 'ਚ ਉਹਨੇ ਕੱਲ ਸੇਵਾ ਕੀਤੀ ਹੈਗੀ ਆ, ਕਿਸੇ ਦਾ ਉਹਨੇ ਸਿਰ ਨਹੀਂ ਪਾੜਿਆ, ਕਿਸੇ ਦੇ ਉਹਨੇ ਚੁੱਕ ਕੇ ਇੱਟ ਨਹੀਂ ਮਾਰੀ, ਪਰ ਸਿੱਧਾ ਆ ਕੇ ਗ੍ਰੰਥ ਸਾਹਿਬ ਨੂੰ ਜਿਹੜਾ ਗੁਰੂ ਮਹਾਰਾਜ ਦੇ ਸਰੂਪ ਨੂੰ ਉਹਨੇ ਚੁੱਕ ਕੇ ਬਾਹਰ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਬਾਬਾ ਜੀ ਤੁਹਾਡੀ ਵੀ ਉਮਰ ਮੇਰੇ ਕਿ ਜਿੰਨੀ ਹੋਣੀ ਹੈ 30-32 ਸਾਲ, ਤਾਂ ਤੁਹਾਡੀ ਨਿੱਜੀ ਜਿਹੜੀ ਕੀ ਰਾਏ ਹੈਗੀ, ਕਿਉਂਕਿ ਲਗਾਤਾਰ ਪੰਜਾਬ 'ਚ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। 2015 ਤੋਂ ਕਿਤੇ ਡੇਰੇ ਵਾਲੇ ਦਾ ਨਾਮ ਸਾਹਮਣੇ ਆਉਂਦਾ, ਕਿਤੇ ਏਜੰਸੀਆਂ ਦਾ ਨਾਮ ਸਾਹਮਣੇ, ਦਰਬਾਰ ਸਾਹਿਬ ਵੀ ਬੇਅਦਬੀ ਦੀ ਘਟਨਾ ਹੋ ਗਈ। ਤੁਹਾਨੂੰ ਕੀ ਜਾਪਦਾ ਵੀ ਕੌਣ ਹੋ ਸਕਦਾ? ਥੋੜਾ ਬਹੁਤਾ ਉਹ ਮੈਂਟਲੀ ਸੀਗਾ, ਪਰ ਇੰਨਾ ਵੀ ਨਹੀਂ ਸੀ ਜਿਹਦਾ ਬੰਦਾ ਮੋਟਰਸਾਈਕਲ ਚਲਾ ਕੇ ਆ ਸਕਦਾ, ਉਹਨੂੰ ਅਸੀਂ ਕਿੰਨਾ ਕੁ ਮੈਂਟਲੀ ਸਮਝ ਸਕਦੇ? ਮੇਰਾ ਸੁਝਾਅ ਇਹ ਹੈ ਵੀ ਇਹ ਸਾਨੂੰ ਇਸ ਬੱਚੇ ਤੇ ਕੋਈ ਸ਼ੱਕ ਨਹੀਂ ਕਿਸੇ ਤਰ੍ਹਾਂ ਦਾ ਵੀ ਜੀ, ਕੋਈ ਕਿਸੇ ਤਰ੍ਹਾਂ ਦਾ ਇਹ ਨਹੀਂਗਾ। ਹਾਂ, ਜਿਹੋ ਜਿਹੀਆਂ ਦੀਆਂ ਹਰਕਤਾਂ ਮੰਨ ਲਓ ਇਹਨੇ ਕੱਲ੍ਹ ਕੀਤੀਆਂ ਤੇ ਇਹਦੇ ਪਰਿਵਾਰ ਨੇ ਦੱਸਿਆ ਵੀ ਇਹ ਮੰਨ ਲਓ ਮੈਂਟਲੀ ਅਪਸੈਟ ਸੀ, ਤੇ ਉਹ ਪਰਿਵਾਰ ਦੇ ਕਹਿਣ ਤੇ ਹੈ ਜੀ ਵੀ ਇਹ ਮੈਂਟਲੀ ਅਪਸੈਟ ਹੈ ਆ। ਤਾਂ ਬਾਕੀ ਇਹ ਕਹਿ ਨਹੀਂ ਸਕਦੇ ਕੁਝ ਵੀ ਇਹ ਕੋਈ ਕਿਸੇ ਮੰਨ ਲਾ ਏਜੰਸੀ ਨਾਲ ਇਹਦਾ ਸੰਬੰਧ ਰਿਹਾ, ਕਿਉਂਕਿ ਇਹ ਬਿਲਕੁਲ ਆ ਢਾਣੀ 1 ਕਿਲੋਮੀਟਰ ਆ ਜੀ, 1 ਕਿਲੋਮੀਟਰ ਢਾਣੀ ਤੋਂ ਇੱਥੇ ਆਉਣਾ ਤੇ ਇੱਥੋਂ ਇਹਨੇ ਡੇਰੇ ਵਾਪਸ ਜਾਣਾ, ਬਸ ਪਿੰਡ ਇਹ ਨਹੀਂ ਜਾਂਦਾ ਗਾ, ਕਿਸੇ ਦੇ ਵਿੱਚ ਬਹਿੰਦਾ ਇਹ ਨਹੀਂਗਾ, ਖੇਡਦਾ ਕਿਸੇ ਨਾਲ ਇਹ ਨਹੀਂਗਾ, ਗੱਲਬਾਤ ਇਹ ਨਹੀਂ ਕਿਸੇ ਨਾਲ ਕਰਦਾ, ਸਿਰਫ ਮਤਲਬ ਇਹਨੂੰ ਆਪਣੇ ਘਰ ਨਾਲ ਤੇ ਘਰ ਤੋਂ ਇੱਥੇ ਆਉਂਦਾ ਹੁੰਦਾ ਸੀ ਬਸ ਜ਼ਿਆਦਾ, ਬਸ। ਤੇ ਪਰਿਵਾਰ ਗੁਰਦੁਆਰਾ ਸਾਹਿਬ ਨੂੰ ਗੁਰੂ ਘਰ ਨੂੰ ਜੀ ਬਿਲਕੁਲ ਅੰਮ੍ਰਿਤਧਾਰੀ ਪਰਿਵਾਰ ਆ, ਸਾਰਾ ਪਰਿਵਾਰ ਅੰਮ੍ਰਿਤਧਾਰੀ ਆ। ਸਾਰਾ ਪਰਿਵਾਰ ਕੀ ਆ, ਜਿਹੜੀਆਂ ਲਾਗੇ ਜਿਨ੍ਹਾਂ ਨੇ ਅਸੀਂ ਇਹ ਬਣਾਇਆ ਨਾ ਜੀ, ਤਕਰੀਬਨ ਸਾਰੇ ਹੀ ਗੁਰਸਿੱਖ ਬੰਦੇ ਆ। ਕਦੀ ਵੀ ਇਹੋ ਜੀ ਨਹੀਂ ਹੋ ਸਕਦੀ ਵੀ ਸਾਨੂੰ ਕੋਈ ਕਿਸੇ ਏਜੰਸੀ ਦਾ ਜਾਂ ਕੁਛ, ਇਹ ਤਾਂ ਅਸੀਂ ਜਿਹੜਾ ਇਹ ਕੀਤਾ ਹੈ, ਜਿੰਨਾ ਉਪਰਾਲਾ ਕੀਤਾ ਸੀ ਆਪ ਦੇ ਮਤਲਬ 10 ਨੌਵਾਂ ਦੀ ਕਿਰਤ ਦੇ ਵਿੱਚੋਂ ਆਪ ਦਾ ਦਸਵੰਧ ਕੱਢ ਕੇ ਅਸੀਂ ਇਹਨਾਂ ਢਾਣੀਆਂ ਵਾਲਿਆਂ ਨੇ, ਸਰਪੰਚ ਸਾਹਿਬ ਦਾ ਸਾਨੂੰ ਸੰਯੋਗ ਮਿਲਿਆ, ਪਿੰਡੋਂ ਹੋਰ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ। ਅਸੀਂ ਇੱਕ ਮਤਲਬ ਅਖੰਡ ਪਾਠ ਕਰਵਾ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਹੀ ਦੂਜੇ ਦਾ ਪ੍ਰਕਾਸ਼ ਕਰ ਦਿੰਦੇ ਹਾਂ। ਜਦੋਂ ਉਹ ਹੋ ਜਾਂਦਾ ਅਸੀਂ ਨਾਲ ਦੀ ਨਾਲ ਅੱਗੇ ਕਰ ਦਿੰਦੇ ਹਾਂ। ਅਸੀਂ ਇਹ ਮਤਲਬ ਕਰੀ ਜਾ ਰਹੇ ਹਾਂ ਜੀ। ਕੋਈ ਵੀ ਕਿਸੇ ਤਰ੍ਹਾਂ ਦੀ ਐ ਨਹੀਂ ਹੈ ਵੀ ਕਿਸੇ ਏਜੰਸੀ ਦਾ ਜਾਂ ਕਿਸੇ ਨੇ ਕੋਈ ਆਣ ਕੇ ਇਹਦੇ ਤੇ ਕੋਈ ਜਾਪਦਾ, ਕਿਉਂਕਿ ਘਟਨਾ ਇਹ ਤਾਂ ਜਿੱਦਾਂ ਕਹਿੰਦੇ ਵੀ ਗੱਲ ਜਿਹੜੀ ਆ ਉਹ ਹਜਮ ਨਹੀਂ ਹੋ ਰਹੀ, ਸਾਨੂੰ ਵੀ ਨਹੀਂ ਹਜਮ ਹੋ ਰਹੀ ਵੀ ਬੰਦਾ ਹੋਵੇ ਸੰਪਰਦਾ ਨਾਲ ਜੁੜਿਆ ਪਰਿਵਾਰ ਹੋਵੇ, ਉਹਨਾਂ ਦਾ ਨਿਆਣਾ ਜਿਹੜਾ ਕੋਈ ਉਹਨਾਂ ਦਾ ਮੁੰਡਾ ਇਹ ਘਟਨਾ ਕਰ ਦਵੇ, ਤਾਂ ਇਦੋਂ ਵੱਧ ਤੇ ਮੰਦਭਾਗੀ ਘਟਨਾ ਨਹੀਂ ਹੈਗੀ। ਇਹ ਨਾ ਜੀ ਮਤਲਬ ਮੈਂ ਜਿੱਥੋਂ ਤੱਕ ਮੈਂ ਇਹ ਗੱਲ ਸੋਚਦਾ ਕਿ ਇਹਦੇ ਦਿਮਾਗ ਨੂੰ ਹੀ ਨੁਕਸਿਆ ਜੀ, ਦਿਮਾਗ ਦੇ ਵਿੱਚ ਹੀ ਜੋ ਕੁਝ ਵੀ ਹੋਇਆ, ਇੱਕ ਦਿਮਾਗ ਦਾ ਕੋਈ ਨੁਕਸ ਪੈ ਜਾਣਾ ਕਿਸੇ ਸਿਆਣੇ। 2015 ਤੋਂ ਲੈ ਕੇ ਹੁਣ ਤੱਕ 400 ਤੋਂ ਵੱਧ ਬੇਅਦਬੀਆਂ ਹੋ ਗਈਆਂ। 400 ਦੇ ਵਿੱਚੋਂ 399 ਜਿਹੜੇ ਦੋਸ਼ੀ ਹੈਗੇ ਉਹ ਪੁਲਿਸ ਨੇ, ਅਦਾਲਤਾਂ ਨੇ ਇਹ ਕਹਿ ਕੇ ਛੱਡੇ ਜੀ ਬੰਦਾ ਪਾਗਲ ਆ, ਔਰ ਇਹਨੂੰ ਤਾਂ ਤੁਸੀਂ ਖੁਦ ਹੀ ਕਹਿਤਾ ਵੀ ਪਾਗਲ ਆ, ਇਹ ਤਾਂ ਮਾਨਸਿਕ। ਪਤਾ ਕੀ ਹੈ ਜੀ, ਮਤਲਬ ਅਸੀਂ ਖੁਦ ਨਹੀਂ ਕਹਿਤਾ, ਉਹਦਾ ਫਾਦਰ ਸਾਹਿਬ ਇੱਥੇ ਆਇਆ ਸੀ, ਬੈਠੇ ਸੀ ਬਾਬਾ ਜੀ, ਉਹਨੇ ਸਾਰੀ ਉਹਦੀ ਮਤਲਬ ਜਿੰਨੀ ਦਵਾਈ ਦਾਰੂ ਜਿੱਥੋਂ ਦਵਾਈ ਲੈਂਦੇ ਰਹੇ, ਪਹਿਲਾਂ ਅੰਬੋਰ ਤੋਂ ਦਵਾਈ ਲੈਂਦੇ ਰਹੇ, ਮੁੜ ਕੇ ਬਠਿੰਡੇ ਤੋਂ ਡਾਕਟਰ ਝਾਹ ਤੋਂ ਲੈਂਦੇ ਰਹੇ ਆ, ਜਿੱਥੋਂ ਉਹ ਦਵਾਈ ਲੈਂਦੇ ਰਹੇ ਆ, ਸਾਰੀ ਮਤਲਬ 3-4 ਮਹੀਨਿਆਂ ਦੀ ਉਹਨੇ ਸਟੇਟਮੈਂਟ ਕੱਢ ਕੇ ਦਿਖਾਈ ਆ ਵੀ ਆ ਵੇਖੋ ਜੀ ਅਸੀਂ। ਤੁਸੀਂ ਉਹਨੂੰ ਪਹਿਲਾਂ ਮਿਲਦੇ ਹੁੰਦੇ ਸੀ ਅਰਸ਼ਦੀਪ ਨੂੰ? ਸਾਡੇ ਨਾਲ ਇੱਥੇ ਸੇਵਾ ਕਰਵਾਉਂਦਾ। ਕਦੇ ਸਿਰ ਪਾੜਿਆ ਉਹਨੇ ਜਾਂ ਕੋਈ ਟੁੱਟ ਮਾਰੀ ਹੋਵੇ? ਨਹੀਂ, ਕਦੀ ਟੁੱਟ ਨਹੀਂ ਮਾਰੀ, ਕਦੀ ਸੁਭਾਅ ਮਾੜੀ ਚੰਗੀ ਗਾਲ ਕੱਢ ਲੈਂਦਾ ਸੀ, ਸੁਭਾਅ ਚਿੜਚਿੜਾ ਸੀ ਕਿ ਜਦੋਂ ਮਤਲਬ ਹੋਣਾ ਕੋਈ ਗੱਲ ਹੋਣੀ ਉਹਨੇ ਮਤਲਬ ਤਹਿਸ 'ਚ ਆ ਜਾਂਦਾ ਸੀ, ਜਲਦੀ ਤਹਿਸ 'ਚ ਆ ਜਾਂਦਾ ਸੀ। ਇੱਥੇ ਕਈ ਵਾਰੀ ਅਸੀਂ ਸੇਵਾ ਕਰਦਿਆਂ ਕੋਈ ਕਹਿ ਦੇਣਾ ਵੀ ਬਾਟਾ ਫੜਾਓ ਜਾਂ ਕਈ ਫੜਾਓ, ਤੇ ਉਹ ਮਤਲਬ ਤਹਿਸ 'ਚ ਜ਼ਰੂਰ ਆ ਜਾਂਦਾ ਸੀ। ਹੋਰ ਕਦੀ ਕੋਈ ਇੱਟ ਨਹੀਂ ਮਾਰੀ, ਕੁਛ ਨਹੀਂ ਸੀ ਮਾਰੀ, ਪਰ ਮਹਾਰਾਜ ਸਾਹਿਬ ਦੀ ਬੇਅਦਬੀ ਕਰਨ ਦਾ ਉਹਦੇ ਮਨ 'ਚ ਮਹਾਰਾਜ ਦੀ ਮਤਲਬ ਜੋ ਵੀ ਕੀਤਾ, ਅਸੀਂ ਵੀ ਇਸ ਗੱਲ ਨੂੰ ਮਤਲਬ ਅਸੀਂ ਉਹਦੇ ਨਾਲੋਂ ਅਸੀਂ ਜ਼ਿਆਦਾ ਜ਼ਿੰਮੇਵਾਰ ਆ ਕਿ ਅਸੀਂ ਸੇਵਾਦਾਰ ਸੀ ਇੱਥੋਂ ਦੇ, ਅਸੀਂ ਗੁਰੂ ਘਰ ਦੇ ਪਹਿਰੇਦਾਰ ਸੀ, ਸਾਡੇ ਕੋਲੋਂ ਸੇਵਾ ਨਹੀਂ ਨਿਭਾਈ ਗਈ। ਅਸੀਂ ਮਤਲਬ ਜੇ ਉਦੋਂ ਜਦੋਂ ਬਾਹਰ ਆਏ ਆ, ਜੇ ਅਸੀਂ ਇੱਥੇ ਅੱਗੇ ਖਲੋਤੇ ਹੁੰਦੇ 2-4 ਜਣੇ ਤੇ ਇਹ ਗੱਲ ਹੁੰਦੀ ਨਾ ਜੀ। ਅਸੀਂ ਮਤਲਬ ਇਸ ਗੱਲ ਨੂੰ ਉਹਦੇ ਨਾਲੋਂ ਅਸੀਂ ਆਪ ਦੇ ਆਪ ਨੂੰ ਜ਼ਿੰਮੇਵਾਰ, ਅਸੀਂ ਜਿੰਨੇ ਜਾਣੇ ਆ, ਸਾਡੇ ਹੁਣ ਇੱਥੇ ਕੈਮਰੇ ਹਣੇ ਸੀ, ਅਸੀਂ ਉਹ ਵੀ ਕੱਲ ਮਤਲਬ ਕੈਮਰੇ ਵੀ ਲਵਾਉਣ ਦਾ ਕੀਤਾ ਵੀ ਇੱਥੇ ਕੈਮਰੇ ਵੀ ਲਵਾ ਲਈਏ। ਹੋਰ ਵੀ ਜਿੰਨੀ ਹੋ ਸਕਦੀ ਹੈ ਕਿ ਅਸੀਂ ਡਿਊਟੀਆਂ ਉਹ ਕਾਪੀ ਤੁਹਾਨੂੰ ਦਿਖਾਉਣੇ ਆ, ਸਾਡੀਆਂ ਉੱਤੇ ਤੇ ਤਿੰਨਾਂ ਬੰਦਿਆਂ ਦੀਆਂ ਹਫ਼ਤੇ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਵੀ ਇਸ 3 ਦਿਨ ਤੂੰ ਰਹਿਣਾ, 24 ਘੰਟੇ ਰਹਿਣਾ, ਸਵੇਰ ਤੋਂ ਲੈ ਕੇ ਰਾਤ ਤੱਕ। ਅਗਲੇ ਦਿਨ ਜਦੋਂ ਦੂਜੇ ਬੰਦੇ ਆ ਜਾਂਦੇ ਆ ਉਦੋਂ ਅਸੀਂ ਇੱਥੋਂ ਜਾਂਦੇ ਆ ਜੀ। ਤਾਂ ਬੇਅਦਬੀ ਦੀਆਂ ਘਟਨਾਵਾਂ ਘਟ ਰਹੀਆਂ ਨੇ, ਔਰ ਜਿਹੜੀ ਇਹ ਘਟਨਾ ਹੈਗੀ ਔਰ ਇੱਕ ਅਜਿਹੇ ਸਥਾਨ ਤੇ ਜਿਹਦੀ ਸੇਵਾ ਜਿਹੜੀ ਉਹ ਨਿਹੰਗ ਸਿੰਘ ਸੰਪਰਦਾ ਦਲ ਪੰਥ ਬਾਬਾ ਬਿਧੀ ਚੰਦ ਜੀ ਕੋਲੇ ਇਹ ਜ਼ਮੀਨ ਪਿੰਡ ਦੀ ਜ਼ਮੀਨ ਹੈ, ਇਹਨਾਂ ਪਰਿਵਾਰਾਂ ਦੀ ਜ਼ਮੀਨ ਹੈ, ਇਹਨਾਂ ਨੇ ਜਗ੍ਹਾ ਦਿੱਤੀ ਸੀ ਔਰ ਜੀ ਪੰਚਾਇਤੀ ਜ਼ਮੀਨ ਹੈ। ਪੰਚਾਇਤ ਨੇ 3 ਕਿੱਲੇ ਜ਼ਮੀਨ, 3.5 ਕਿੱਲੇ, ਹਾਂਜੀ ਸਰਪੰਚ ਸਾਹਿਬ ਨੇ 3.5 ਕਿੱਲੇ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਦਿੱਤੀ ਆ, ਕਿਉਂਕਿ ਸਾਡਾ ਜਿਹੜਾ ਪਹਿਲਾ ਵਾਲਾ ਗੁਰੂ ਘਰ ਸੀ ਉਹ ਮਸੀਤ ਦੇ ਵਿੱਚ ਹੈ ਜੀ। ਮਤਲਬ ਸਾਡਾ ਗੁਰੂ ਘਰ ਨਹੀਂ ਸੀ ਹੈਗਾ, ਉਹ ਮਸੀਤ ਦੇ ਵਿੱਚ ਸੀ। ਅਸੀਂ ਸਾਰੇ ਨਗਰ ਨੇ ਇਹ ਕੀਤਾ ਸੀ, ਛੋਟਾ ਜਿਹਾ ਉਪਰਾਲਾ ਕੀਤਾ ਸੀ ਵੀ ਇਹਨੂੰ ਹੌਲੀ ਹੌਲੀ ਇਹਨੂੰ ਵੱਡਾ ਕਰਕੇ ਕਿ ਸਾਰੇ ਨਗਰ ਦਾ ਇਸ ਪਾਸੇ ਆ ਮੱਛੀ ਵਾਲਣ ਬਣ ਗਿਆ, ਅੱਗੇ ਸਿਵੇ ਆ, ਇਸ ਪਾਸੇ ਪਿੰਡ ਆ, ਵੀ ਇਹ ਵਿੱਚ ਘਰ ਸੈਂਟਰ 'ਚ ਆ ਜਾਂਦਾ ਸੀ। ਇਹਨੂੰ ਇਹ ਮਤਲਬ ਇਹਦਾ ਗੁਰੂ ਘਰ ਬਣਾਵਾਂਗੇ ਬਹੁਤ ਵਧੀਆ ਮਤਲਬ ਬਣਾ ਕੇ, ਤੇ ਇਹਦੇ ਨਾਲ ਸਾਰੇ ਪਿੰਡ ਦਾ ਵਧੀਆ ਹੋ ਜਾਊਗਾ ਜੀ। ਇਹ ਘਟਨਾ ਵਾਪਰਨ ਤੋਂ ਬਾਅਦ ਬਹੁਤ ਸਾਰੇ ਸਵਾਲ ਤੇ ਫਿਰ ਵੀ ਮਨ ਦੇ ਵਿੱਚ ਰਹਿਣਗੇ, ਕਿਉਂਕਿ ਹੁਣ ਉਹ ਜਿਹੜਾ ਬੇਅਦਬੀ ਕਰਤਾ ਦੋਸ਼ੀ ਆ ਉਹ ਇਸ ਵਕਤ ਪੁਲਿਸ ਦੇ ਜਿਹੜਾ ਕਿ ਕਬਜ਼ੇ 'ਚ ਆ।
ਤਾਂ ਜਿਹੜੇ ਉਹਨੂੰ ਪੁੱਛਣ ਵਾਲੇ ਸਵਾਲ ਆ ਖੈਰ ਉਹ ਸ਼ਾਇਦ ਅਸੀਂ ਨਾ ਪੁੱਛ ਸਕੀਏ, ਪਰ ਪੁਲਿਸ ਕੀ ਕਰੇਗੀ ਇਹ ਵੀ ਉਡੀਕ ਆ ਕਿ ਜਿਹੜੀ 2015 ਤੋਂ ਲੈ ਕੇ ਅੱਜ ਤੱਕ ਜਿਹੜੀਆਂ 400 ਤੋਂ ਵੱਧ ਬੇਅਦਬੀਆਂ ਹੋਈਆਂ ਨੇ, ਜਿੱਦਾਂ ਉਹ ਸਾਰੇ ਮਾਨਸਿਕ ਰੋਗੀ, ਉਹ ਵੀ ਮਾਨਸਿਕ, ਫਲਾਣਾ ਵੀ ਮਾਨਸਿਕ, ਉਹ ਵੀ ਮਾਨਸਿਕ, ਜਿਹਨੇ ਗੁਰੂ ਮਹਾਰਾਜ ਦੇ ਸਰੂਪ ਨੂੰ ਅੱਗ ਲਾਤੀ ਉਹ ਵੀ ਮਾਨਸਿਕ, ਜਿਹਨੇ ਬੇਅਦਬੀ ਕਰਤੀ, ਅੰਗ ਪਾੜ ਤੇ ਉਹ ਵੀ ਮਾਨਸਿਕ, ਔਰ ਇਹ ਵੀ ਮਾਨਸਿਕ ਹੈ ਨਾ। ਉਹਨਾਂ ਨੂੰ ਤਾਂ ਅਦਾਲਤਾਂ, ਪੁਲਿਸ ਕਹਿੰਦੀ ਸੀ, ਇਹ ਪਰਿਵਾਰ ਖੁਦ ਕਹਿ ਰਿਹਾ, ਔਰ ਇਹਦੀ ਦਵਾਈ ਦੀਆਂ ਪਰਚੀਆਂ ਵੀ ਕੁਝ ਜਿਹੜੀਆਂ ਇਹਨਾਂ ਕੋਲੇ ਮੌਜੂਦ ਨੇ। ਤਾਂ ਆਖਿਰ ਇਹ ਹੋ ਕੀ ਰਿਹਾ? ਅੱਜ ਤੋਂ ਪਹਿਲਾਂ ਵੀ ਜਿੱਦਾਂ ਇੱਥੇ ਅਸੀਂ ਗੱਲਬਾਤ ਕਰਦੇ ਸੀ ਵੀ ਕਮਲੇ ਤਾਂ ਸਾਰੀ ਦੁਨੀਆ 'ਚ ਜੰਮਦੇ ਆ, ਕੋਈ ਕੁਦਰਤੀ ਤੌਰ ਤੇ ਜੰਮਣਸਾਰ ਹੁੰਦੇ ਆ, ਕੋਈ ਬਾਅਦ 'ਚ ਹੁੰਦੇ ਆ, ਸੰਗਲਾਂ ਨਾਲ ਬੰਨੇ ਹੋਏ ਲੋਕ ਦੇਖੇ ਜਾਂਦੇ ਆ, ਪਾਗਲਖਾਨਾ ਭਰਿਆ ਪਿਆ ਅੰਮ੍ਰਿਤਸਰ ਦਾ ਜਾ ਕੇ ਦੇਖੋ। ਪਰ ਜੇ ਕਿਤੇ ਉੱਥੋਂ ਜਿਹੜੇ ਮਾਨਸਿਕ ਰੋਗੀ ਉਹਨਾਂ ਨੂੰ ਲਿਆ ਕੇ ਦਰਬਾਰ ਸਾਹਿਬ ਵੀ ਛੱਡ ਦਿੱਤਾ ਜਾਵੇ ਨਾ, ਮੈਨੂੰ ਨਹੀਂ ਜਾਪਦਾ ਕੋਈ ਬੇਅਦਬੀ ਕਰੇ, ਉਹ ਲੰਮੇ ਪੈ ਕੇ ਨਮਸਕਾਰ ਕਰਨਗੇ। ਪਰ ਇਹ ਕੈਸੇ ਕਮਲੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਕਰ ਰਹੇ ਆ? ਆਖਿਰ ਵਾਪਰ ਕੀ ਰਿਹਾ? ਔਰ ਦੁਨੀਆ ਦੇ ਕਿਸੇ ਕੋਨੇ 'ਚ ਨਹੀਂ ਵਾਪਰ ਰਿਹਾ, ਇਹ ਪੰਜਾਬ 'ਚ ਵਾਪਰ ਰਿਹਾ, ਲਗਾਤਾਰ ਵਾਪਰ ਰਿਹਾ। ਕਾਨੂੰਨੀ ਕਿੰਨੀ ਢਿੱਲ ਹੈ, ਜਿਹੜੀ ਪੁਲਿਸ ਬਹੁਤ ਜ਼ਿਆਦਾ ਦਾਅਵਾ ਕਰਦੀ ਹੈ ਵੀ ਸਾਨੂੰ ਪੰਛੀ ਉੱਡਦੇ ਦਿਸਦੇ ਆ, ਕੰਧਾਂ ਬੋਲਦੀਆਂ ਨੇ, ਉਹਨਾਂ ਦੇ ਸਾਹਮਣੇ ਬੇਅਦਬੀ ਕਰਨ ਵਾਲੇ ਮੰਨਦੇ ਨਹੀਂਗੇ। ਔਰ 2015 ਦੀਆਂ ਜਦੋਂ ਅਸੀਂ ਵੱਡੀਆਂ ਘਟਨਾਵਾਂ ਉਹ ਚੇਤੇ ਕਰਦੇ ਹਾਂ, ਜਦੋਂ ਵੀ ਕੋਈ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ 2015 ਦੀਆਂ ਘਟਨਾਵਾਂ ਜਿਹੜੀਆਂ ਮਿੱਥ ਕੇ ਕੀਤੀਆਂ ਗਈਆਂ, ਜਿਹੜੀਆਂ ਚਿੱਠੀ ਲਾਈ ਪਹਿਲਾਂ ਬਲਾਤਕਾਰੀ ਸੌਦਾ ਸਾਧ ਦੇ ਚੇਲਿਆਂ ਨੇ ਵੀ ਬੇਅਦਬੀ ਅਸੀਂ ਕਰਨੀ ਹੈ, ਅਸੀਂ ਸਰੂਪ ਲੈ ਗਏ ਹਾਂ ਚੁੱਕ ਕੇ, ਉਹ ਅਜੇ ਤੱਕ ਸਿੱਟ ਬਣੀ, ਢਾਤੀ, ਕਮੇਟੀ ਬਣੀ, ਛੱਡਤੀ, CBI ਕੋਲ ਗਿਆ, ਕੇਸ ਵਾਪਸ ਹੋ ਗਿਆ। ਜਦੋਂ ਇਸ ਤਰ੍ਹਾਂ ਦੇ ਖੇਡੇ ਜਿਹੜੀਆਂ ਸਰਕਾਰਾਂ ਨੇ ਖੇਡੇ ਹੈਗੇ ਆ, ਤਾਂ ਦੋਸ਼ੀਆਂ ਦੇ ਮਨ ਦੇ ਵਿੱਚ ਕੋਈ ਡਰ ਭੈ ਹੀ ਨਹੀਂ ਰਹਿ ਜਾਂਦਾ। ਸਖਤ ਤੋਂ ਸਖਤ ਸਜ਼ਾ ਕੀ ਹੈ ਬੇਅਦਬੀ ਕਰਨ ਵਾਲੇ ਵਾਸਤੇ? 295 ਸਜ਼ਾ ਕੀ ਹੈ? ਉਹ 'ਚ ਫੈਸਲਾ ਕੀ ਹੋਣਾ? ਵੱਧ ਤੋਂ ਵੱਧ ਰੇਅਰੈਸਟ ਟੂ ਰੇਅਰੈਸਟ 3 ਸਾਲ ਦੀ ਸਜ਼ਾ ਹੈਗੀ ਹੈ। ਅਗਲਾ ਕਹਿੰਦਾ 3 ਸਾਲ ਭੁਗਤ ਲਾਂਗੇ। ਜੇ ਕੋਈ ਬੇਅਦਬੀ ਕਰਨ ਵਾਲੇ ਨੂੰ ਕੋਈ ਪੈਸੇ ਦੇ ਰਿਹਾ ਹੈ ਜਾਂ ਕੋਈ ਉਹਨੂੰ ਲਾਲਚ ਦੇ ਰਿਹਾ ਹੈ, ਕਿਸੇ ਵੀ ਤਰੀਕੇ ਦਾ ਗੁੱਝਾ ਲਾਲਚ ਦੇ ਰਿਹਾ ਹੈ ਜਿਹੜਾ ਸਾਹਮਣੇ ਨਹੀਂ ਆਉਂਦਾ ਕਦੇ, ਤਾਂ 3 ਸਾਲ ਕੁਝ ਮਾਇਨੇ ਨਹੀਂ ਰੱਖਦੇ, ਉਹ ਦੂਜੀ ਤੀਜੀ ਤਰੀਕ ਦੇ ਵਿੱਚ ਜ਼ਮਾਨਤ ਹੋ ਜਾਂਦੀ ਹੈ। ਤਾਂ ਕਾਨੂੰਨ ਦੇ ਵਿੱਚ ਐਡੀ ਵੱਡੀ ਢਿੱਲ ਜਿਹੜੀ ਇਸ ਵਕਤ ਪੰਜਾਬ ਦੀ ਸਰਕਾਰ ਹੈ, ਚੰਨੀ ਹੈ ਇਸ ਵਕਤ ਪੰਜਾਬ ਦਾ ਹਾਕਮ, ਉਹਨਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਜਿਹੜਾ ਸੱਤਾ ਦੇ ਵਿੱਚ ਆਇਆ ਸੀਗਾ, ਉਹਨਾਂ ਨੇ ਕੀ ਕੀਤਾ? ਇਸ ਵਕਤ ਮੌਜੂਦਾ ਸਰਕਾਰ ਨੇ ਕੀ ਕੀਤਾ? ਜਿਨ੍ਹਾਂ ਦੇ ਸਮੇਂ ਬੇਅਦਬੀਆਂ ਸਭ ਤੋਂ ਵੱਧ ਹੋਈਆਂ, ਅਕਾਲੀ ਭਾਜਪਾ ਸੰਘੀਆਂ ਨੇ ਕੀ ਕੀਤਾ? ਆਉਣ ਵਾਲੇ ਕੀ ਕਰਨਗੇ? ਅੱਜ ਸਾਰੇ ਫਿਰ ਕਹਿ ਰਹੇ ਆ ਸਾਨੂੰ ਮੌਕਾ ਦਿਓ, ਅਸੀਂ ਬੇਅਦਬੀਆਂ ਦਾ ਇਨਸਾਫ ਦੇਵਾਂਗੇ, ਅਸੀਂ ਦੇਵਾਂਗੇ। ਤਾਂ ਆਖਿਰ ਹੋ ਕੀ ਰਿਹਾ? ਇਹ ਗੱਲਾਂ ਮਨ ਦੇ ਵਿੱਚੋਂ ਥੱਲੇ ਨਹੀਂ ਉਤਰ ਰਹੀਆਂ। ਸੱਭੇ ਸਾਂਝੀਵਾਲ ਸਦਾਇਨ ਤੁਝ ਕਿਸੇ ਨੇ ਦੱਸਿਆ ਬਾਹਰ ਆ ਜੀਓ, ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ। ਪਰ ਗੁਰੂ ਮਹਾਰਾਜ ਦੇ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਹੈ। ਹਰ ਕੌਮ ਜਾਤ ਦੇ ਧਰਮਾਂ ਨੂੰ ਸੱਚੇ ਪਾਤਸ਼ਾਹ ਨੇ ਸਿੱਖੀ ਦੇ ਵਿਹੜੇ ਦੇ ਵਿੱਚ ਜਿਹੜਾ ਉਹ ਸੱਦਾ ਦਿੱਤਾ। ਸੱਚੇ ਪਾਤਸ਼ਾਹ ਨੇ ਸਭਨਾਂ ਨੂੰ ਇਕੱਠੇ ਕਰਕੇ ਕਿਹਾ ਵੀ ਸਿੱਖੋ ਇਹ ਤੁਹਾਡਾ ਗੁਰੂ ਹੈ। ਤਾਂ ਉਹਨਾਂ ਜਾਤਾਂ ਪਾਤਾਂ ਦੇ ਨਾਲ ਜੁੜੇ ਹੋਏ ਲੋਕ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਉਹਨਾਂ ਦੋਸ਼ੀਆਂ ਦੇ ਖਿਲਾਫ ਕਿੰਨੀ ਕੁ ਆਵਾਜ਼ ਚੁੱਕ ਰਹੇ ਆ? ਕਿਹੜੀਆਂ ਸਰਕਾਰਾਂ, ਕਿਹੜੀਆਂ ਏਜੰਸੀਆਂ, ਕਿਹੜੇ ਸਿੱਖ ਵਿਰੋਧੀ ਟੋਲੇ ਜਿਹੜੇ ਆ, ਕਿਹੜੇ ਸਿੱਖ ਵਿਰੋਧੀ ਅਨਸਰ ਜਿਹੜੇ ਹੈਗੇ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਹੋਣ ਦੇ ਵਾਸਤੇ ਉਤਸ਼ਾਹਿਤ ਕਰ ਰਹੇ ਆ? ਇਹ ਸਵਾਲ ਸਦਾ ਲਗਾਤਾਰ ਬਣੇ ਰਹਿਣਗੇ। ਪਰ ਜਿੱਥੇ ਵੀ ਤੁਸੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਹੈਗੇ ਹੋ, ਜਿੱਥੇ ਵੀ ਗੁਰਦੁਆਰਾ ਸਾਹਿਬ ਹੈ, ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਸੁਸ਼ੋਭਿਤ ਹੈ, ਤੁਹਾਡਾ ਫਰਜ਼ ਬਣਦਾ, ਕਿਉਂਕਿ ਸਿੱਖਾਂ ਦੇ ਵੈਰੀ ਜਿਹੜੇ ਆ ਉਹ ਤੁਹਾਡੇ ਰੂਪ ਦੇ ਵਿੱਚ ਵੀ ਆ ਚੁੱਕੇ ਆ। ਹੋ ਸਕਦਾ ਉਹਨਾਂ ਦੇ ਪੱਗਾਂ ਵੀ ਹੋਣ, ਹੋ ਸਕਦਾ ਉਹਨਾਂ ਦੇ ਮੂੰਹ ਤੇ ਦਾੜੀਆਂ ਵੀ ਹੋਣ, ਹੋ ਸਕਦਾ ਉਹ ਕਿਰਪਾਨਾਂ ਵੀ ਪਾ ਲੈਣ। ਇਹ ਪਰਖ ਦੀ ਘੜੀ ਹੈ ਔਰ ਪਰਖ ਕਰਨੀ ਇਸ ਵਕਤ ਬਹੁਤ ਮੁਸ਼ਕਲ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸਰਿਆਂ ਦੀ ਡਿਊਟੀ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਲੱਗੀ ਹੋਈ ਹੈ। ਉਹਦੇ ਸਬੰਧ ਦੇ ਵਿੱਚ ਅਸੀਂ ਹੁਣ ਵੀ ਆਏ ਹਾਂ ਤੇ ਇਸ ਤੋਂ ਪਹਿਲਾਂ ਵੀ ਨਗਰਾਂ ਦੇ ਵਿੱਚ ਵਿਚਰਦੇ ਰਹੇ ਹਾਂ। ਨਗਰ ਈਨਾ ਖੇੜਾ ਦੇ ਵਿੱਚ ਵੱਡੀ ਘਟਨਾ ਮੰਦਭਾਗੀ ਹੁੰਦੀ ਮੇਰੇ ਸਤਿਗੁਰੂ ਜੀ ਨੇ ਉਹ ਵੱਡਾ ਇੱਕ ਬਚਾਅ ਕੀਤਾ ਹੈ। ਇੱਥੋਂ ਦੀ ਸੰਗਤ ਨੇ ਜਿਹੜੇ ਵੀਰ ਨੇ ਉਹਨੇ ਬੇਅਦਬੀ ਕੀਤੀ ਹੈ, ਉਹ ਦੋਸ਼ੀ ਨੂੰ ਫੜ ਕੇ ਥਾਣੇ ਦੇ ਵਿੱਚ ਦਿੱਤਾ ਹੈ। ਉਹ ਇਸ ਟਾਈਮ ਉੱਥੇ ਹੈ ਤੇ ਇੱਥੋਂ ਦੀ ਸੰਗਤ ਦੇ ਤਕਰੀਬਨ ਨਾਲ ਜਦੋਂ ਅਸੀਂ ਵਾਰਤਾਲਾਪ ਵੀ ਕੀਤੀ ਹੈ ਜਾਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ, ਜਾ ਕੇ ਮਹਾਰਾਜ ਦੇ ਸਰੂਪ ਦੇ ਦਰਸ਼ਨ ਕੀਤੇ ਨੇ। ਦਰਸ਼ਨ ਕਰਨ ਤੋਂ ਬਾਅਦ ਵਿੱਚ ਸਾਨੂੰ ਪਤਾ ਲੱਗਾ ਹੈ ਕਿ ਮਹਾਰਾਜ ਦੇ ਸਰੂਪ ਉਹਨਾਂ ਦੇ ਅੰਗਾਂ ਦੀ ਕੋਈ ਵੀ ਬੇਅਦਬੀ ਨਹੀਂ ਹੋਈ, ਕੋਈ ਵੀ ਅੰਗ ਖੰਡਨ ਨਹੀਂ ਹੋਇਆ। ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਜਿਹੜਾ ਦੌਰ ਚੱਲ ਰਿਹਾ, ਅੱਜ ਜਿਹੜਾ ਸਮਾਂ ਚੱਲ ਰਿਹਾ, ਆਪਾਂ ਸਾਰੇ ਜਾਣੇ ਵੱਧ ਤੋਂ ਵੱਧ ਸੁਚੇਤ ਹੋਈਏ। ਵੱਧ ਤੋਂ ਵੱਧ ਆਪਾਂ ਆਪਣੇ ਗੁਰੂ ਘਰ ਸਾਹਿਬਾਨ ਜਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਰਾਖੀ ਉਹ ਆਪਾਂ ਨੂੰ ਆਪ ਕਰਨੀ ਪੈਣੀ ਹੈ। ਇਸ ਬੇਨਤੀ ਨੂੰ ਪ੍ਰਵਾਨ ਕਰਿਓ। ਸਾਡੀ ਲੱਗੀ ਹੋਈ ਡਿਊਟੀ ਦੇ ਅਨੁਸਾਰ ਜਿੰਨਾ ਵੀ ਇੱਥੇ ਕਾਰਵਾਈ ਜੋ ਵੀ ਬਣਦੀ ਸੀ ਜਾਂ ਅਸੀਂ ਜਾਂ ਪ੍ਰਸ਼ਾਸਨ ਨੇ ਉਹ ਕਾਰਵਾਈ ਕੀਤੀ ਹੈ। ਸਮੁੱਚਾ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਉਹਨਾਂ ਵੱਲੋਂ, ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ, ਸਾਡੇ ਬਹੁਤ ਹੀ ਸਤਿਕਾਰਯੋਗ ਇੰਚਾਰਜ ਸਾਹਿਬ ਸਰਦਾਰ ਭੋਲਾ ਸਿੰਘ ਜੀ ਉਹਨਾਂ ਵੱਲੋਂ ਜੋ ਸੇਵਾਵਾਂ, ਜੋ ਜ਼ਿੰਮੇਵਾਰੀਆਂ ਸਾਡੇ ਹਿੱਤ ਲੱਗੀਆਂ ਸਨ, ਉਹ ਅਸੀਂ ਆਪਣੀ ਕਾਰਵਾਈ ਇੱਥੇ ਮੁਕੰਮਲ ਕਰ ਲਈ ਹੈ, ਬਿਆਨ ਦਰਜ ਕਰ ਲਏ ਨੇ। ਬਾਕੀ ਅਗਲੀ ਜਿਹੜੀ ਸੂਚਨਾ ਹੈ ਉਹ ਆਪ ਜੀ ਦੇ ਨਾਲ ਸੂਚਿਤ ਕਰ ਦਿੱਤੀ ਜਾਵੇਗੀ, ਸਾਂਝੀ ਕਰ ਦਿੱਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।